दो फैमिलियां ਦਾ ਰਾਜ ਰਿਹਾ। ਤੁਹਾਨੂੰ ਪਤਾ ਕਿਹੜੀਆਂ? 5 ਸਾਲ 10 ਸਾਲ 5 ਸਾਲ ਕਿਸਾਨਾਂ ਨੂੰ ਬੈਠਿਆਂ ਦਿੱਲੀ ਦੀ ਸਰਹੱਦ ਤੇ ਹੋ ਗਿਆ 9 ਮਹੀਨੇ। ਪ੍ਰਾਈਮ ਮਿਨਿਸਟਰ ਮੋਦੀ ਕਹਿੰਦੇ ਹੈ ਕਿ 2 ਇੰਜਨ ਦੀ ਸਰਕਾਰ ਚਾਹੀਦੀ ਹੈ, ਸਾਂਝਾ ਕਿ ਸਾਰੇ ਇਕੱਠੇ, ਕਿਸੇ ਇੱਕ ਵਰਗ ਦਾ ਨਹੀਂ, ਇੱਕ ਮਜ਼ਹਬ ਦਾ ਨਹੀਂ, ਔਰ ਸੁਨਹਿਰਾ ਕਿ ਇੱਕ ਜੋ ਸੁਨਹਿਰਾ ਪੰਜਾਬ ਦਾ ਸੁਪਨਾ ਹੈ। ਜਿਹੜੇ ਪ੍ਰਾਈਵੇਟ ਹਸਪੀਟਲ ਬਣਦੇ ਹੈ ਇਹ ਲਿਖ ਕੇ ਦਿੰਦੇ ਆ ਉਦੋਂ ਜਦ ਇਹਨਾਂ ਨੂੰ ਸਰਕਾਰ ਸਹੂਲਤਾਂ ਦਿੰਦੀ ਹੈ ਕਿ ਇੰਨੇ ਬੈੱਡ ਇੰਨੇ ਮੰਜੇ ਅਸੀਂ ਫ੍ਰੀ ਦੇਵਾਂਗੇ ਗਰੀਬ ਬੰਦੇ ਨੂੰ। ਕੀ ਇਹ ਦੇ ਰਹੇ ਨੇ? ਤੁਹਾਡਾ ਗਿੱਲ ਸਾਹਿਬ ਨੇ ਧੰਨਵਾਦ ਕੀਤਾ, ਮੈਂ ਵੀ ਉਹਦੇ 'ਚ ਸ਼ਾਮਿਲ ਹੋ ਜਾਵਾਂ। ਬਹੁਤ ਬਹੁਤ ਸ਼ੁਕਰੀਆ। ਸ਼ਹਿਰ ਦੇ ਵਿੱਚ ਬਹੁਤ ਹੋ ਰਹੀਆਂ ਘਟਨਾਵਾਂ ਚੱਲ ਰਹੀਆਂ ਨੇ ਜਿਹਦੇ 'ਚ ਦਿਲਚਸਪੀ ਸ਼ਾਇਦ ਸਾਡੇ ਮੀਡੀਆ ਦੇ ਭਰਾਵਾਂ ਦੀ ਜ਼ਿਆਦਾ ਹੋਵੇ। ਸ਼ੁਕਰ ਇਹ ਹੈ ਕਿ ਉਹ ਕੁਝ ਉਹਦੇ ਨਾਟਕਕਾਰ ਅੱਜ ਚੰਡੀਗੜ੍ਹ 'ਚ ਨਹੀਂ ਹੈਗੇ, ਉਹ ਬਾਹਰ ਗਏ ਹੋਏ ਹੈ। ਸਾਰਿਆਂ ਤੋਂ ਪਹਿਲਾਂ ਜਦ ਇਹ ਸੋਚ ਆਈ ਕਿ ਇੱਕ ਮੰਚ ਬਣਾਈਏ, ਕਿਉਂ ਬਣਾਈਏ ਮੰਚ? ਕਿਉਂਕਿ ਪਿਛਲੇ 3-4 ਮਹੀਨਿਆਂ ਤੋਂ ਦੇਖ ਰਹੇ ਹਾਂ ਇਲੈਕਸ਼ਨ 'ਚ ਬਚੇ ਨੇ 6 ਮਹੀਨੇ, ਕਿਸਾਨਾਂ ਨੂੰ ਬੈਠਿਆਂ ਦਿੱਲੀ ਦੀ ਸਰਹੱਦ ਤੇ ਹੋ ਗਿਆ 9 ਮਹੀਨੇ। ਗੱਲਬਾਤ ਪੰਜਾਬ ਦੇ ਵਿੱਚ 3 ਪਾਰਟੀਆਂ ਸਾਨੂੰ ਪਤਾ ਹੈ ਜਿਹੜੀਆਂ ਖੇਡ 'ਚ ਨੇ, ਔਰ ਉਹ ਮੁੱਦਿਆਂ ਦੀ ਗੱਲ ਨਹੀਂ ਕਰ ਰਹੇ। ਇੱਕ ਪਾਰਟੀ ਉਹਨਾਂ 'ਚ ਉਹ ਹੈ, ਉਹ ਹਰੇਕ ਹਫ਼ਤੇ ਇੱਕ ਨਵੇਂ ਸੀਐਮ, ਕੌਣ ਸੀਐਮ ਉਹਨਾਂ ਦਾ ਹੋਊਗਾ, ਇੱਕ ਨਾਂ ਨਵਾਂ ਉਡਾ ਦਿੰਦੇ ਆ। ਉਹ ਇੱਕ ਹਫ਼ਤਾ ਚੱਲਦਾ ਰਹਿੰਦਾ, ਫਿਰ ਨਵਾਂ ਨਾਂ ਆ ਜਾਂਦਾ। ਇੱਕ ਇਹ ਹੈ ਜਿਵੇਂ ਪ੍ਰਾਈਮ ਮਿਨਿਸਟਰ ਮੋਦੀ ਕਹਿੰਦੇ ਹੈ ਕਿ 2 ਇੰਜਨ ਦੀ ਸਰਕਾਰ ਚਾਹੀਦੀ ਹੈ। ਉਹਨਾਂ ਦਾ ਮਤਲਬ ਹੁੰਦਾ ਸੀਗਾ ਥੱਲੇ ਵੀ ਬੀਜੇਪੀ ਤੇ ਉੱਤੇ ਵੀ ਬੀਜੇਪੀ। ਇੱਕ ਪਾਰਟੀ 'ਚ 2 ਇੰਜਨ ਨੇ। ਸ਼ਤਾਬਦੀ ਖੜੀ ਹੈ ਚੰਡੀਗੜ੍ਹ ਸਟੇਸ਼ਨ ਤੇ, ਇੱਕ ਇੰਜਨ ਕਾਲਕਾ ਨੂੰ ਜਾ ਰਿਹਾ ਤੇ ਇੱਕ ਇੰਜਨ ਦਿੱਲੀ ਨੂੰ ਜਾ ਰਿਹਾ। ਹੁਣ ਪਤਾ ਨਹੀਂ ਉਹ ਗੱਡੀ ਦਾ ਕੀ ਬਣੂਗਾ। ਤੀਜੀ ਜਿਹੜੀ ਪਾਰਟੀ ਹੈ ਉਹਦੇ ਤੇ ਤਾਂ ਇੱਕ ਫੈਮਿਲੀ ਦਾ ਪੂਰਾ ਕੰਟਰੋਲ ਹੈ, ਔਰ ਪਿੰਡਾਂ ਵਾਲੇ ਉਹਨਾਂ ਦਾ ਸਵਾਲ ਉਹਨਾਂ ਤੋਂ ਪੁੱਛਣ ਲੱਗੇ ਹੋਏ ਹੈ। ਹੁਣ ਪਤਾ ਨਹੀਂ ਉਹ ਸਵਾਲਾਂ ਦਾ ਜਵਾਬ ਦੇ ਸਕਦੇ ਕਿ ਨਹੀਂ। ਨਵੇਂ ਵੀਡੀਓ ਬਾਹਰ ਆਉਂਦੇ ਹੈ। ਤਾਂ ਇਸ ਕਰਕੇ ਮੰਚ ਇਸ ਲਈ ਬਣਾਇਆ ਹੈ ਕਿ ਅਸੀਂ ਉਹ ਜਿਹੜੇ ਮੁੱਦੇ ਹੈ 5-6-7 ਮੁੱਦੇ, ਇਹਦਾ ਨਾਮ ਵੀ ਤੁਸੀਂ ਦੇਖਿਆ ਸਾਂਝਾ ਸੁਨਹਿਰਾ। ਸਾਂਝਾ ਕਿ ਸਾਰੇ ਇਕੱਠੇ, ਕਿਸੇ ਇੱਕ ਵਰਗ ਦਾ ਨਹੀਂ, ਇੱਕ ਮਜ਼ਹਬ ਦਾ ਨਹੀਂ, ਔਰ ਸੁਨਹਿਰਾ ਕਿ ਇੱਕ ਜੋ ਸੁਨਹਿਰਾ ਪੰਜਾਬ ਦਾ ਸੁਪਨਾ ਹੈ। ਇੱਕ ਪੰਜਾਬ ਸੁਨਹਿਰਾ ਹੁੰਦਾ ਸੀ, ਉਦੋਂ ਵੀ ਸੁਨਹਿਰਾ ਕਿਵੇਂ ਬਣਾ ਸਕਦੇ ਹਾਂ। 1981 ਤਾਈਂ ਅਸੀਂ ਪਰ ਕੈਪੀਟਾ ਇਨਕਮ 'ਚ ਨੰਬਰ 1 ਸੀ ਹਿੰਦੁਸਤਾਨ ਦੇ ਵਿੱਚ, ਅੱਜ 16 ਨੰਬਰ 'ਤੇ ਹੈ। ਔਰ ਇਹ 2000 ਦੇ ਬਾਅਦ ਲਗਾਤਾਰ ਪੰਜਾਬ ਥੱਲੇ ਆਉਂਦਾ ਗਿਆ। 7, 8, 9 ਸੂਬੇ ਅੱਗੇ ਨਿਕਲ ਗਏ ਨੇ। ਨਾਲ ਦੇ ਸੂਬੇ ਸਾਡੇ, ਹਰਿਆਣਾ ਸਾਡੇ ਤੋਂ ਟੁੱਟ ਕੇ ਬਣਿਆ, ਹਿਮਾਚਲ ਦਾ ਵੀ ਹਿੱਸਾ ਪੰਜਾਬ 'ਚੋਂ ਗਿਆ, ਉਹ ਸਭ ਤੋਂ ਅੱਗੇ ਨਿਕਲ ਗਏ ਪਰ ਕੈਪੀਟਾ 'ਚ। ਔਰ ਪਿਛਲੇ 20 ਸਾਲ 'ਚ 2 ਫੈਮਿਲੀਆਂ ਦਾ ਰਾਜ ਰਿਹਾ। ਤੁਹਾਨੂੰ ਪਤਾ ਕਿਹੜੀਆਂ? 5 ਸਾਲ 10 ਸਾਲ 5 ਸਾਲ, ਔਰ ਉਹ ਹੁਣ ਹਾਲੇ ਵੀ ਰਾਜ ਮੰਗਦੇ ਹੈ। ਉਹ ਵੀ ਜਵਾਬ ਦੇ ਨੇ ਕਿ ਪੰਜਾਬ ਦੀ ਕੋਈ ਗੱਲ ਕਿਉਂ ਨਹੀਂ ਕਰਦਾ, ਰਾਜ ਦੀ ਗੱਲ ਕਰਦੇ ਆ। ਸੋ ਇਸ ਕਰਕੇ ਮੈਂ ਇਹਨੂੰ ਇਸ ਮਜ਼ਮੂਨ ਨੂੰ ਇੱਥੇ ਖਤਮ ਕਰਾਂਗਾ। ਹੁਣ ਕਿਹੜੇ ਮੁੱਦਿਆਂ 'ਤੇ ਅਸੀਂ ਆਉਣਾ ਚਾਹੁੰਦੇ ਹਾਂ? ਮੁੱਦੇ ਵੀ ਤੁਹਾਨੂੰ ਪਤਾ ਹੈ ਸਾਰੇ। ਸੋ ਉਹ ਮੁੱਦਿਆਂ ਨੂੰ ਮੱਦੇਨਜ਼ਰ ਰੱਖ ਕੇ ਆ ਸਾਰੇ ਸਾਥੀਆਂ ਨੂੰ ਇਕੱਠਾ ਕੀਤਾ। ਔਰ ਮੈਂ ਇਹ ਕਹਿਣਾ ਚਾਹੁੰਦਾ ਕਿ 90% ਜਿਹੜੇ ਬੰਦਿਆਂ ਨਾਲ ਮੇਰੀ ਗੱਲ ਹੋਈ ਉਹ ਇੱਕਦਮ ਮੰਨ ਗਏ ਕਿ ਇਹਦੇ 'ਚ ਆਉਣਾ ਹੈ। ਕੁਝ ਸੀ ਜਿਨ੍ਹਾਂ ਦਾ ਇਤਰਾਜ਼ ਸੀ, ਹੋ ਸਕਦਾ ਹੈ ਉਹ ਪੁਰਾਣੀ ਇੱਥੇ ਹਕੂਮਤਾਂ ਨਾਲ ਜੁੜੇ ਰਹੇ, ਉਹ ਨਹੀਂ ਮੰਚ 'ਤੇ ਆਉਣਾ ਚਾਹੁੰਦੇ, ਔਰ ਕੋਈ ਹੋਰ ਉਹਨਾਂ ਦੀ ਦਿੱਕਤ ਹੋਣੀ ਹੈ। ਲੇਕਿਨ ਤਕਰੀਬਨ ਜਿਹੜੇ ਫੌਜ ਦੇ, ਹੁਣ ਮੈਂ ਇੱਕ ਇੱਕ ਕਰਕੇ ਤੁਹਾਨੂੰ ਦੱਸਦਾ ਕਿ ਆਪਣੇ ਮੰਚ 'ਤੇ ਕੌਣ ਬੈਠੇ ਨੇ। ਉਧਰੋਂ ਖੱਬੇ ਤੋਂ ਸ਼ੁਰੂ ਕਰਨੇ ਆ। ਦਲਪ੍ਰੀਤ ਸਿੰਘ ਜੀ ਨੇ, ਉਹ NRA ਨੇ, ਉਹ ਆਪਣਾ ਸਾਰਾ ਉੱਥੋਂ ਦਾ ਕੰਮ ਛੱਡ ਕੇ ਇੱਥੇ ਉਹਨਾਂ ਦੀ ਜ਼ਮੀਨ ਜਾਇਦਾਦ ਸੀ। ਉਦੋਂ ਜ਼ਿਆਦਾ ਇਹਨਾਂ ਦਾ ਦਿਲ ਧੜਕਦਾ ਪੰਜਾਬ ਲਈ। ਇਹ ਆਪ ਦਾ ਵੀ ਇਹਨਾਂ ਨੇ ਪਿਛਲੀ ਵਾਰੀ ਇਲੈਕਸ਼ਨ ਤੋਂ ਪਹਿਲਾਂ ਬੜਾ ਕੰਮ ਕੀਤਾ। ਔਰ ਇਹ 2-3 ਬੰਦੇ ਸਾਡੇ ਮੰਚ 'ਤੇ ਇਹੋ ਜਿਹੇ ਜਿਨ੍ਹਾਂ ਦਾ ਦਿਲ ਟੁੱਟਿਆ ਹੋਇਆ ਪਿਛਲੀ ਵਾਰ ਤੋਂ। ਸੋ ਉਹਨਾਂ 'ਚੋਂ ਕੱਲ੍ਹ ਲਾਲੀ ਮੈਨੂੰ ਗਿੱਲ ਕਹਿ ਰਹੇ ਸੀ ਇਹਨਾਂ ਨੇ ਤਾਂ ਵਾਪਸ ਚਲੇ ਜਾਣਾ ਸੀ ਸਿੰਗਾਪੁਰ। ਇੱਥੇ ਇਸੇ ਲਈ ਆਏ, ਫੌਜ ਛੱਡ ਕੇ ਫਾਰਮਾਸਿਊਟੀਕਲ ਇੰਡਸਟਰੀ 'ਚ ਗਏ, ਮੈਨੇਜਿੰਗ ਡਾਇਰੈਕਟਰ ਜਰਮਨੀ 'ਚ ਲੱਗੇ, ਅਤੇ ਪੰਜਾਬ ਸਿਰਫ ਇਸ ਲਈ ਆਏ ਕਿ ਪੰਜਾਬ ਦਾ ਕੁਝ ਕਰ ਸਕੀਏ, ਆਪ ਨਾਲ ਜੁੜੇ। ਪਰ ਉਸ ਤੋਂ ਇੰਨਾ ਜ਼ਿਆਦਾ ਨਿਰਾਸ਼ ਹੋ ਕੇ ਇਹਨਾਂ ਨੇ ਹੁਣ ਇਰਾਦਾ ਬਣਾਇਆ ਸੀ ਕਿ ਜੁਲਾਈ ਦੇ ਮਹੀਨੇ ਇਹਨਾਂ ਨੇ ਵਾਪਸ ਚਲੇ ਜਾਣਾ, NRI ਬਣ ਜਾਣਾ ਹੈ। 1 ਮਹੀਨਾ ਤਾਂ ਨਿਕਲ ਗਿਆ, ਹਲੇ ਤਾਂ ਇਹ ਟਿਕੇ ਹੋਏ ਹੈ। ਸੋ ਸਾਡੀ ਉਮੀਦ ਹੈ ਕਿ ਨਹੀਂ ਜਾਣਗੇ ਹਲੇ ਇਹ ਵਾਪਸ। ਇਹਨਾਂ ਨੂੰ ਉਮੀਦ ਦਿਖਾਵਾਂਗੇ ਕਿ ਨਹੀਂ, ਪੰਜਾਬ ਦਾ ਸੁਨਹਿਰਾ ਮੌਕਾ ਦੁਬਾਰਾ ਆ ਸਕਦਾ। ਨਾਲ ਉਹਨਾਂ ਦੇ ਮੇਰੇ ਪੁਰਾਣੇ ਮਿੱਤਰ ਜਸਟਿਸ ਕਮਲਜੀਤ ਗਰੇਵਾਲ, ਅਸੀਂ ਲਾਅ ਕਾਲਜ ਇਕੱਠੇ ਸੀਗੇ। ਮੈਂ ਉਹਨਾਂ ਨੂੰ ਫੋਨ ਕੀਤਾ, ਇੱਕਦਮ ਮੰਨ ਗਏ
ਸਿਰਫ ਇੱਕੋ ਹੀ ਸਵਾਲ ਸੀਗਾ ਕਿ ਇਰਾਦਾ ਕੀ ਹੋਊਗਾ। ਸ਼ਾਇਦ ਕੋਈ ਹੋਰ ਸੱਜਣ ਵੀ, ਉਹ ਮਿੱਤਰ ਵੀ ਸਾਡੇ ਦੋਨਾਂ ਦੇ ਇੱਥੇ ਹੀ ਨੇ ਅੱਜ, ਉਹ ਵੀ ਕੋਈ ਐਸਾ ਮੰਚ ਬਣਾਉਣ ਜਾ ਰਹੇ ਸੀ। ਮੈਂ ਕਿਹਾ ਕੋਈ ਨਹੀਂ, ਉਹਨਾਂ ਨੂੰ ਵੀ ਬੁਲਾ ਲਿਆ, ਤੁਸੀਂ ਇਹਦੇ 'ਚ ਆ ਜਾਓ, ਉਹਨਾਂ ਦਾ ਜਿਹੜਾ ਮੰਚ ਬਣੂਗਾ ਉਹਦਾ ਵੀ ਦੇਖ ਲਾਂਗੇ ਜਦ ਹੋਏਗਾ। ਕਿਉਂਕਿ ਇਹ ਜ਼ਰੂਰੀ ਹੈ ਕਿ ਸਾਨੂੰ ਪਤਾ ਲੱਗੇ। ਪੰਜਾਬ ਦੇ ਹਲੇ ਤੱਕ ਕਚਹਿਰੀਆਂ ਬੰਦ ਹੈ ਮਹਾਮਾਰੀ ਕਰਕੇ। ਜਿੰਨਾ ਟਾਈਮ ਸਾਡੇ ਵਿਚਾਰੇ ਪੇਂਡੂ ਬੰਦੇ ਕਚਹਿਰੀਆਂ 'ਚ ਬਿਤਾਉਂਦੇ ਹੈ ਔਰ ਉੱਥੇ ਖੜ੍ਹੇ ਰਹਿੰਦੇ ਕਿੰਨਾ ਚਿਰ, ਤੇ ਇਹ ਪਤਾ ਲੱਗਣਾ ਚਾਹੁੰਦੇ ਕਿਸੇ ਤਰੀਕੇ ਨਾਲ ਅਸੀਂ ਲਾਅ ਜਸਟਿਸ ਨੂੰ ਕਿਵੇਂ ਕਰ ਸਕਦੇ ਹਾਂ ਚੱਲਦਾ, ਕਿਵੇਂ ਤੇਜ਼ ਕਰ ਸਕਦੇ ਹਾਂ, ਕਿਵੇਂ ਕੋਈ ਹੋਰ ਕੋਰਟਸ ਬਣ ਸਕਦੀਆਂ ਤਾਂ ਕਿ 10-10 15-15 ਸਾਲ ਅਪੀਲਾਂ 'ਚ ਨਾ ਅਸੀਂ ਫਸੇ ਰਹੀਏ ਔਰ ਕਚਹਿਰੀਆਂ ਦੇ ਚੱਕਰ ਨਾ ਲਾਉਂਦੇ ਰਹੀਏ। ਉਹਨਾਂ ਦੇ ਨਾਲ ਬੈਠੇ ਨੇ ਮੇਜਰ ਜਨਰਲ ਸਤਬੀਰ ਸਿੰਘ। ਇਹ ਜਾਣੇ ਪਛਾਣੇ ਇਸ ਵੇਲੇ ਮਾਸਕ ਦੇ ਪਿੱਛੇ ਛੁਪੇ ਹੋਏ ਚਿਹਰੇ ਨੇ। ਤੁਸੀਂ ਦੇਖਿਆ ਹੋਣਾ ਨਾ, 1 ਰੈਂਕ 1 ਪੈਨਸ਼ਨ ਦੀ ਜਦ ਦਿੱਲੀ 'ਚ ਬੜੀ ਸਰਗਰਮੀ ਚੱਲ ਰਹੀ ਸੀ, ਉਹ ਦੇਖੋ ਹੁਣੇ ਦਿਖਾਣਗੇ ਤੁਹਾਨੂੰ ਚਿਹਰਾ। ਤੁਸੀਂ ਇਹਨਾਂ ਦਾ ਚਿਹਰਾ ਟੀਵੀ ਤੇ ਦੇਖਿਆ ਹੋਣਾ ਹੈ। ਇਹ ਬਿਲਕੁਲ ਜੰਤਰ ਮੰਤਰ ਤੇ, ਹੁਣ ਤਾਂ ਜੰਤਰ ਮੰਤਰ ਤੇ ਕਿਸਾਨ ਗਏ ਸੀ, ਇਹਨਾਂ ਨੇ ਉੱਥੇ ਅੰਦੋਲਨ ਚਲਾਇਆ 1 ਰੈਂਕ 1 ਪੈਨਸ਼ਨ। ਔਰ ਫੌਜੀ ਜਿਹੜੇ ਸਾਡੇ ਭਰਾ ਪੰਜਾਬ 'ਚ ਰਿਟਾਇਰ ਹੋਏ ਹੈ, ਉਹਨਾਂ ਦਾ ਜੁੜਨਾ, ਉਹਨਾਂ ਦੀਆਂ ਗੱਲਾਂ ਸੁਣਨਾ ਨਿਹਾਇਤ ਜ਼ਰੂਰੀ ਹੈ, ਕਿਉਂਕਿ ਇਹ ਬਹੁਤ ਅਹਿਮ ਹਿੱਸਾ ਨੇ ਪੰਜਾਬ ਦਾ। ਤੇ ਜਨਰਲ ਸਾਹਿਬ ਗੁੜਗਾਉਂ ਰਹਿੰਦੇ ਨੇ, ਉੱਥੋਂ ਗੱਡੀ ਚਲਾ ਕੇ ਅੱਜ ਆਏ ਨੇ। ਇਹਨਾਂ ਨੇ ਇੱਕੋ ਹੀ ਮੇਰੇ ਤੋਂ ਵਾਅਦਾ ਲਿਆ ਸੀਗਾ ਕਿ ਜਿਹੜੇ ਕੰਮ ਇਹਨਾਂ ਨੇ ਇੱਥੇ ਪੰਜਾਬ ਇਲੈਕਸ਼ਨ ਕਮਿਸ਼ਨਰ ਨਾਲ ਚੱਕਣੇ ਹੈ, ਉਹਦੇ 'ਚ ਮੈਂ ਨਾਲ ਇਹਨਾਂ ਦੇ ਨੱਥੀ ਹੋਊਗਾ, ਉਹ ਮੈਂ ਹੈਗਾ। ਸੋ ਅਸੀਂ ਜਾ ਕੇ ਗੱਲ ਕਰਾਂਗੇ ਪੰਜਾਬ ਇਲੈਕਸ਼ਨ ਕਮਿਸ਼ਨਰ, ਜਿਹੜੇ ਇਹਨਾਂ ਦੇ ਮੁੱਦੇ ਇਹਨਾਂ ਨੇ ਚੱਕਣੇ। ਨਾਲ ਉਹਨਾਂ ਦੇ ਪ੍ਰੋਫੈਸਰ ਰੌਣਕੀ ਰਾਮ ਨੇ, ਉਹਨਾਂ ਦਾ ਦਲਿਤ ਇਸ਼ੂਜ਼ 'ਤੇ ਬਹੁਤ ਵੱਡਾ ਨਾਂ ਹੈ, ਬਹੁਤ ਕੰਮ ਕੀਤਾ। ਇੱਥੇ ਵੀ ਪੜ੍ਹਾਉਂਦੇ ਰਹੇ, ਬਾਹਰ ਵੀ ਪੜ੍ਹਾਉਂਦੇ ਰਹੇ, ਬਾਹਰਲੇ ਦੇਸ਼ਾਂ 'ਚ। ਔਰ ਇਹਨਾਂ ਨੇ ਬਹੁਤ ਜ਼ਿਆਦਾ ਇੰਟਲੈਕਚੁਅਲ ਕਪੈਸਿਟੀ ਸਾਡੇ ਮੰਚ 'ਚ ਲਿਆਂਦੀ ਹੈ, ਬੜੇ ਸੁਝਾਅ ਦਿੱਤੇ ਨੇ, ਜਿਹਦੇ ਨਾਲ ਕਿ ਅਸੀਂ ਠੀਕ ਰਾਹ 'ਤੇ ਪੈ ਸਕੇ ਹਾਂ। ਨਾਲ ਉਹਨਾਂ ਦੇ ਬੈਠੇ ਨੇ DGP ਡਾਕਟਰ ਭੱਟੀ। ਮੈਂ ਅੱਜ ਸਵੇਰੇ ਇਹਨਾਂ ਨੂੰ ਪੁੱਛਿਆ, ਔਰ ਇਹਨਾਂ ਦੀ ਵਿਚਾਰਿਆਂ ਦਾ ਬਹੁਤ ਪਰਸਨਲ ਬਲਿਦਾਨ ਹੈਗਾ। ਇਹਨਾਂ ਦੇ ਬੇਟੇ ਦੀ ਸ਼ਹਾਦਤ ਹੋਈ ਜਦ ਇਹ ਪੁਲਿਸ ਸੀਗੇ, ਜਦ ਅੱਤਵਾਦ ਪੰਜਾਬ 'ਚ ਚੱਲ ਰਿਹਾ ਸੀ, ਔਰ ਇਹ ਡਾਕਟਰੇਟ ਇਹਨਾਂ ਨੇ ਲਾਅ 'ਚ ਕੀਤੀ ਹੈ। ਮੈਂ ਇਹਨਾਂ ਨੂੰ ਪੁੱਛਿਆ ਤੁਸੀਂ ਮੈਡੀਕਲ ਡਾਕਟਰ ਹੋ ਜਾਂ ਤੁਸੀਂ ਹੋਰ ਤਰ੍ਹਾਂ ਦੇ ਡਾਕਟਰ ਹੋ? ਕਹਿੰਦੇ ਨਹੀਂ, ਮੈਂ ਲਾਅ 'ਚ ਸਰਵਿਸ ਜੁਆਇਨ ਕਰਨ ਦੇ ਬਾਅਦ 1970 'ਚ ਇਹਨਾਂ ਨੇ ਲਾਅ 'ਚ ਡਾਕਟਰੇਟ ਕੀਤੀ ਹੋਈ ਹੈ, ਔਰ ਉਹ ਵੀ ਆਤੰਕਵਾਦ ਨਾਲ ਜੁੜੀ ਹੋਈ। ਕੀ ਕਾਰਨ ਨੇ ਕਿ ਆਤੰਕਵਾਦ ਆਉਂਦਾ ਹੈ, ਕੀ ਕਾਰਨ ਨੇ ਅਸੀਂ ਇਹਨੂੰ ਕਿਵੇਂ ਘਟਾ ਸਕਦੇ ਹਾਂ ਜਾਂ ਕਿਵੇਂ ਨਾ ਆਵੇ, ਸੋ ਉਹਦੇ 'ਚ ਮਾਹਰ ਨੇ। ਔਰ ਇਹ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਇਹ ਮੁੱਦਾ ਜਿਹੜਾ ਹੈ ਲਾਅ ਐਂਡ ਆਰਡਰ ਦਾ, ਉਹਦੀ ਮੈਂ ਬਾਅਦ 'ਚ ਗੱਲ ਕਰਾਂਗਾ। ਇਹ ਬਹੁਤ ਅਹਿਮ ਹੈ ਪੰਜਾਬ ਲਈ। ਉਹਦੇ ਨਾਲ ਮੇਰੀ ਸੀਟ ਹੈ। ਫਿਰ ਆ ਗਏ ਡਾਕਟਰ ਹਰਸ਼ਿੰਦਰ, ਜਿਹੜੇ ਮੇਰੀ ਸੀਟ ਦੇ ਸੱਜੇ ਪਾਸੇ ਬੈਠੇ ਨੇ। ਡਾਕਟਰ ਸਾਹਿਬ ਨੇ ਪੀਡੀਆਟ੍ਰੀਸ਼ਨ ਹੈਗੇ ਪਟਿਆਲੇ ਰਜਿੰਦਰਾ ਹਸਪੀਟਲ 'ਚ। ਪਰ ਉਦੋਂ ਜ਼ਿਆਦਾ ਮੈਨੂੰ ਕਈ ਵਾਰ ਇਹ ਹੁੰਦਾ ਹੈ ਕਿ ਇਹ ਆਪਣੀ ਨੌਕਰੀ ਕਦ ਕਰਦੇ ਨੇ, ਕਿਉਂਕਿ ਉਹ ਵੀ ਕਰਦੇ ਨੇ ਇਹ। ਅੱਜ ਇਹਨਾਂ ਦੀ ਐਮਰਜੈਂਸੀ ਡਿਊਟੀ ਸੀ, ਇਹ ਪਤਾ ਨਹੀਂ ਕਿਵੇਂ ਉੱਥੋਂ ਛੁੱਟੀ ਲੈ ਕੇ ਆਏ, ਕਹਿੰਦੇ ਸੀ ਮੈਨੂੰ ਮੁਸ਼ਕਲਾਤ ਹੋਣੀ ਹੈ। ਇਹ ਸੋਸ਼ਲ ਸੁਸਾਇਟੀ ਲਈ, ਛੋਟੀਆਂ ਕੁੜੀਆਂ ਲਈ, ਬੱਚਿਆਂ ਲਈ ਇਹਨਾਂ ਨੇ ਬੜਾ ਕੰਮ ਕੀਤਾ NGO ਚਲਾ ਕੇ, ਉਹਨਾਂ ਨਾਲ ਜੁੜੇ ਹੋਏ ਹੈ। ਫਿਰ ਇਹ ਕੈਨੇਡਾ ਵਗੈਰਾ ਟੈਲੀਵਿਜ਼ਨ 'ਤੇ, ਰੇਡੀਓ 'ਤੇ ਇੱਕ ਦਿਨ ਮਿਲਣ ਆਏ ਸ਼ਾਮ ਨੂੰ ਇੱਥੇ, ਤੇ ਕਹਿੰਦੇ ਜੀ ਮੈਂ ਜਾਣਾ ਕਿਉਂਕਿ ਸਵੇਰੇ 3 ਵਜੇ ਮੇਰਾ ਬ੍ਰੌਡਕਾਸਟ ਹੈ ਕੈਨੇਡਾ 'ਚ। ਸੋ ਇਹ ਦਿਨੇ ਤਾਂ ਡਾਕਟਰੀ ਕਰਦੇ ਆ, ਬਾਕੀ ਟਾਈਮ ਇਹ ਸੁਸਾਇਟੀ ਦਾ ਕੰਮ ਕਰਦੇ ਆ, ਜਿਹਦੇ 'ਚ ਕੰਮ ਅੱਗੇ ਵੱਧ ਸਕੇ। ਸੋ ਇੱਦੋਂ ਅੱਛੇ ਹੋਰ ਸਾਨੂੰ ਡਾਕਟਰ ਨਹੀਂ ਸੀ ਕੋਈ ਮਨ 'ਚ ਆਏ, ਔਰ ਇਹ ਸਾਡੇ ਨਾਲ ਜੁੜ ਗਏ। ਸਾਡਾ ਬੜਾ ਅੱਛਾ ਭਾਗ ਹੈ ਇਹਦੇ 'ਚ। ਨਾਲ ਨੇ ਮੇਰੇ ਮਿੱਤਰ ਬੈਠੇ ਹੈ, ਭਾਈ ਬਲਦੀਪ ਸਿੰਘ, ਅੱਜ ਦਿੱਲੀੋਂ ਆਏ ਨੇ। ਇਹਨਾਂ ਦਾ ਇਹ ਏਅਰਫੋਰਸ 'ਚ ਸਿਲੈਕਟ ਹੋ ਗਏ ਸੀ। ਉੱਥੋਂ ਸਿਲੈਕਸ਼ਨ ਤੋਂ ਬਾਹਰ ਨਿਕਲ ਕੇ, ਇਹਨਾਂ ਦੇ ਫਾਦਰ ਵੀ ਏਅਰਫੋਰਸ ਸੀ। ਇਹਨਾਂ ਦਾ ਪਰਿਵਾਰ ਜੁੜਿਆ ਹੋਇਆ ਗੁਰੂਆਂ ਦੀ ਬਾਣੀ ਨਾਲ, ਗੁਰੂਆਂ ਤੱਕ, ਔਰ ਇਸ ਕਰਕੇ ਸੁਲਤਾਨਪੁਰ ਲੋਧੀ 'ਚ ਇਹਨਾਂ ਨੇ ਬੜਾ ਕੰਮ ਕੀਤਾ। ਇਹਨਾਂ ਨੂੰ ਬੜਾ ਦੁੱਖ ਹੈ ਕਿ ਇਸ ਸਰਕਾਰ ਨੇ, ਜਦ ਕਿ ਇਹਨਾਂ ਨੇ ਉੱਪਰਲੀ ਲੈਵਲ ਤੱਕ ਉਹਨਾਂ ਨਾਲ ਗੱਲ ਕੀਤੀ ਸੀ, ਪੁਲਿਸ ਨੇ ਜਾ ਕੇ ਭੰਨ ਤੋੜ ਕਰਕੇ ਕਿਲੇ ਦੇ ਅੰਦਰ ਜਿਹੜੀ ਇਹਨਾਂ ਨੇ ਵਿਰਾਸਤ ਪੁਰਾਣੀ ਉੱਥੇ ਇਕੱਠੀ ਕੀਤੀ ਸੀ, ਉਹਦੀ ਭੰਨ ਤੋੜ ਕੀਤੀ। ਤੇ ਇਹਨਾਂ ਨੂੰ ਮੈਂ ਲੈ ਕੇ ਗਿਆ, ਉੱਦਣ ਇੱਕ ਮੰਤਰੀ ਕੋਲ ਵੀ ਲੈ ਕੇ ਗਿਆ ਜੀ, ਇਹਨਾਂ ਦੀ ਮਦਦ ਕਰੋ ਤਾਂ ਕਿ ਪੰਜਾਬ ਦੀ ਜਿਹੜੀ ਸਾਂਝੀ ਵਿਰਾਸਤ ਹੈ, ਸੱਭਿਆਚਾਰਕ ਤੇ ਰਿਲੀਜਨ ਨਾਲ ਮਿਲੀ ਹੋਈ, ਉਹਦੇ ਇਹ ਬਹੁਤ ਜ਼ਿਆਦਾ ਉਹਦਾ ਨਿਚੋੜ ਹੈ ਇਹਨਾਂ ਕੋਲ। ਔਰ ਜਦ ਇਹ ਬੋਲਣਗੇ 5 ਮਿੰਟ, ਤੁਹਾਨੂੰ ਆਪੇ ਹੀ ਪਤਾ ਲੱਗ ਜਾਏਗਾ ਕਿ ਇਹਨਾਂ ਦਾ ਰੋਲ ਕੀ ਹੋ ਸਕਦਾ ਹੈ। ਪੰਜਾਬ ਨੂੰ ਜੇ ਤੁਸੀਂ ਸੁਨਹਿਰੇ ਮੋੜ 'ਤੇ ਲਿਆਉਣਾ ਹੈ ਤਾਂ ਪੰਜਾਬ ਦਾ ਉਹ ਪਿਛੋਕੜ ਵੀ ਇਕੱਠਾ ਕਰਨਾ ਪਏਗਾ ਜਿਹਦੇ 'ਚ ਅਸੀਂ ਸਾਰੇ ਜੁੜੇ ਹੋਏ ਸੀ, ਸਾਡੇ ਮਜ਼ਹਬ ਜੁੜੇ ਹੋਏ ਸੀ, ਔਰ ਜਿਹੜਾ ਗੁਰੂਆਂ ਦਾ ਮੈਸੇਜ ਹੈ
ਜੇ ਅਸੀਂ ਉਹਨੂੰ ਭੁੱਲ ਜਾਵਾਂਗੇ ਤਾਂ ਫਿਰ ਪੰਜਾਬ 'ਚ ਸੁਨਹਿਰਾ ਮੌਕਾ ਆ ਹੀ ਨਹੀਂ ਸਕਦਾ। ਉਹਨਾਂ ਦੇ ਨਾਲ ਹੈਗੇ ਜੈਦੀਪ ਜੀ, ਇਹ ਬੜੇ ਇਹਨਾਂ ਦਾ ਕੰਟਰੀਬਿਊਸ਼ਨ ਰਿਹਾ, ਚੈਰਿਟੀ ਕਰਦੇ ਨੇ, ਅੱਗੇ ਵੀ ਪਾਰਟੀਆਂ ਨਾਲ, ਇਹ ਵੀ ਆਪ ਨਾਲ ਜੁੜੇ ਰਹੇ ਕਿਸੇ ਟਾਈਮ 'ਤੇ ਇਹਨਾਂ ਨੂੰ ਅਸੀਂ ਜੋੜਿਆ ਆਪਣੇ ਨਾਲ ਕਿ ਤੁਸੀਂ ਵੀ ਸਾਨੂੰ ਸੁਝਾਅ ਦਿਓ। ਨਾਲ ਉਹਨਾਂ ਦੇ ਬੈਠੇ ਨੇ ਇੱਧਰ ਏਅਰ ਮਾਰਸ਼ਲ ਗਿੱਲ। ਮੈਂ ਇੱਕ ਦਿਨ ਹੱਸ ਰਿਹਾ ਸੀਗਾ, ਹਲੇ PS ਗਿੱਲ ਨਹੀਂ ਆਏ, DGP, ਉਹਨਾਂ ਨੂੰ ਕੋਈ ਮਜਬੂਰੀ ਹੋਣੀ ਹੈ। ਮੈਂ ਕਿਹਾ ਇਹਦਾ ਮੰਚ ਦਾ ਨਾਂ ਸਾਂਝਾ ਨਹੀਂ, ਇਹਨੂੰ ਕਰ ਦਈਏ ਗਿੱਲ ਐਂਡ ਦਿਸ ਥਿੰਗ ਮੰਚ, ਕਿਉਂਕਿ 3 ਗਿੱਲ ਨੇ ਸਾਡੇ ਇੱਥੇ। ਸੋ ਏਅਰ ਮਾਰਸ਼ਲ ਗਿੱਲ ਏਵੀਏਸ਼ਨ 'ਚ ਪੰਜਾਬ ਸਰਕਾਰ ਦੇ ਐਡਵਾਈਜ਼ਰ ਰਹੇ, ਔਰ ਇਹ ਦੱਸ ਰਹੇ ਸੀ ਜਦ ਅਸੀਂ ਗੱਲ ਹੋਈ ਕਿ ਦੇਖੋ ਇਹ ਵੀ 4 ਸਾਡੇ ਕੋਲ ਹਵਾਈ ਅੱਡੇ ਇਹੋ ਜਿਹੇ ਹੈ ਜਿੱਥੇ ਫਲਾਈਂਗ ਸਕੂਲ ਸੀਗੇ। ਇੱਕ ਤਾਂ ਮੈਨੂੰ ਯਾਦ ਹੈ ਛੋਟੀ ਉਮਰ ਤੋਂ ਹੀ ਪਟਿਆਲੇ ਕੋਲੋਂ ਜਦ ਸੰਗਰੂਰ ਨੂੰ ਜਾਓ, ਹਵਾਈ ਅੱਡਾ ਤੁਹਾਨੂੰ ਨਜ਼ਰ ਆਉਂਦਾ ਖੱਬੇ ਪਾਸੇ। 4 ਹਵਾਈ ਅੱਡੇ ਨੇ, ਇੱਕ ਪਟਿਆਲੇ 'ਚ ਹੀ ਹੈਗਾ ਮਹਾਰਾਜ ਸਾਹਿਬ ਦੇ ਆਪਣੇ ਘਰ 'ਚ, ਅਤੇ ਫਲਾਈਂਗ ਸਕੂਲ ਸਾਡੇ ਇੱਥੇ ਚੱਲ ਨਹੀਂ ਰਹੇ। ਜਦ ਕਿ ਹਿੰਦੁਸਤਾਨ ਦੇ ਵਿੱਚ ਸਿਵਲ ਏਵੀਏਸ਼ਨ ਇੰਨੀ ਵੱਧ ਗਈ ਹੈ, ਜਹਾਜ਼ ਇੰਨੇ ਵੱਧ ਗਏ ਸੀ, ਹੁਣ ਤਾਂ ਚਲੋ ਮਹਾਮਾਰੀ ਕਰਕੇ ਘਟੇ ਹੋਏ ਹੈ, ਅਤੇ ਪੰਜਾਬ ਦੇ ਮੁੰਡਿਆਂ ਨੂੰ ਟ੍ਰੇਨ ਕਿਉਂ ਨਹੀਂ ਕਰਦੇ ਅਸੀਂ? ਇਹ ਬਾਹਰ ਜਾ ਕੇ ਇੱਟਾਂ ਚੱਕ ਇਮਾਰਤਾਂ ਬਣਾਉਂਦੇ ਹੈ, ਉਹਨਾਂ ਨੂੰ ਕਿੰਨਾ ਕੁ ਔਖਾ ਹੈ ਟ੍ਰੇਨ ਕਰਨਾ। ਉਹ ਪਾਇਲਟ ਵੀ ਬਣ ਸਕਦੇ ਹੈ, ਉਹ ਇੰਜੀਨੀਅਰ ਵੀ ਬਣ ਸਕਦੇ ਹੈ। ਸਿਵਲ ਏਵੀਏਸ਼ਨ ਦਾ ਸੈਕਟਰ ਇਹੋ ਜਿਹਾ ਜਿਹਦੇ 'ਚ ਨੌਕਰੀਆਂ ਮਿਲ ਰਹੀਆਂ। ਇਹਨਾਂ ਨੂੰ ਜਦ ਆਪਾਂ ਕਹਾਂਗੇ ਦੱਸਣਗੇ ਤੁਹਾਨੂੰ ਇਹਨਾਂ ਦਾ ਕੀ ਤਜਰਬਾ ਰਿਹਾ ਇਸ ਗੱਲ 'ਚ। ਨਾਲ ਬੈਠੇ ਨੇ ਗੁਰਬੀਰ ਸੰਧੂ ਜੀ, ਇਹ ਓਲੰਪੀਅਨ ਨੇ, ਸ਼ੂਟਰ ਨੇ, 76 ਓਲੰਪਿਕਸ 'ਚ ਰਹੇ ਹੈ। ਇਹਨਾਂ ਦਾ ਬੇਟਾ ਵੀ ਬਹੁਤ ਵੱਡਾ ਇੰਟਰਨੈਸ਼ਨਲ ਲੈਵਲ 'ਤੇ ਵਰਲਡ ਚੈਂਪੀਅਨ ਰਿਹਾ, ਸ਼ੂਟਰ ਹੈ। ਅਭਿਨਵ ਬਿੰਦਰਾ ਨੂੰ 13 ਸਾਲ ਤੋਂ ਇਹਨਾਂ ਨੇ ਪਾਲ ਪੜੋਸ ਕੇ ਸ਼ੂਟਿੰਗ 'ਚ ਵੱਡਾ ਕੀਤਾ। ਸੋ ਖੇਲ ਦਾ ਇਹੋ ਜਿਹਾ ਇੱਕ ਮੁੱਦਾ ਹੈ ਜਿਹੜਾ ਪੰਜਾਬ ਜੁੜਿਆ ਹੋਇਆ। ਹੁਣ ਅਸੀਂ ਹਾਕੀ ਦਾ ਦੇਖਿਆ, ਮੇਰੇ ਅੱਖਾਂ 'ਚ ਉਦੋਂ ਪਾਣੀ ਆ ਗਏ, ਮੈਂ ਉਹ ਟਵੀਟ ਵੀ ਕੀਤੀ ਪਿਕਚਰ, ਹੁਣ ਵੀ ਦੇਖੋ ਆਵਾਜ਼ ਭਰ ਰਹੀ ਹੈ। ਉਹ ਮੁੰਡਾ ਆਪਣੀ ਮਾਂ ਦੀ ਗੋਦੀ 'ਚ ਪਿਆ ਹੈ ਔਰ ਮੈਡਲ ਮਾਂ ਦੇ ਗਲੇ 'ਚ ਪਾਇਆ ਹੋਇਆ ਹੈ, ਹਾਕੀ ਦਾ ਕਪਤਾਨ ਸਾਡਾ। ਮੈਂ ਕਿਹਾ ਇਹ ਪੰਜਾਬ ਹੈ। ਉਸ ਤੋਂ ਵੀ ਅਸੀਂ ਰਹਿ ਗਏ ਖੇਡਾਂ ਤੋਂ। ਔਰ ਦੇਖੋ ਮੈਂ ਇਹ ਸੋਚਿਆ ਸੀਗਾ ਕਿ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ 1 ਮਿੰਟ ਸਾਇਲੈਂਸ ਕਰਾਂਗੇ, ਹੁਣ ਕਰਦੇ ਹਾਂ ਜੇ ਸਾਰੇ ਜਾਣੇ ਖੜੇ ਜਾਣ ਮਿਲਖਾ ਸਿੰਘ ਦੇ ਗੁਜ਼ਰਨ ਦਾ, ਔਰ ਫਿਰ ਮੈਂ ਉਹਨਾਂ ਦੀ ਗੱਲ ਕਰਾਂਗੇ। ਜੇ 1 ਮਿੰਟ ਲਈ ਅਸੀਂ ਖੜੇ ਹੋ ਕੇ ਸ਼ਾਂਤ ਹੋ ਜਾਈਏ ਮਿਲਖਾ ਸਿੰਘ ਦੀ ਯਾਦ 'ਚ। ਬਹੁਤ ਮਿਹਰਬਾਨੀ। ਮੈਂ 12-13 ਸਾਲ ਦਾ ਸੀ ਜਦ ਪਹਿਲੀ ਵਾਰ ਮਿਲਖਾ ਸਿੰਘ ਨੂੰ ਮਿਲਿਆ। ਮੇਰਾ ਇੱਕ ਕਜ਼ਨ ਹੁੰਦਾ ਸੀ, ਉਹਦੇ ਨਾਲ EME 'ਚ ਇਕੱਠੇ ਸੀ। ਉਹ ਲੌਂਗ ਡਿਸਟੈਂਸ ਭੱਜਦਾ ਸੀ, ਮਿਲਖਾ ਸਿੰਘ 400 ਭੱਜਦਾ ਸੀ। 60 ਓਲੰਪਿਕ ਦੇ ਬਾਅਦ ਮਿਲਖਾ ਸਿੰਘ ਆ ਗਿਆ ਸੀ ਅਤੇ ਯੂਨੀਵਰਸਿਟੀ ਦੇ ਕੈਂਪਸ 'ਚ ਮੈਨੂੰ ਯਾਦ ਹੈ, ਮੈਂ 14 ਸਾਲ ਦਾ ਸੀ, ਉਹਨੂੰ ਮੈਂ ਟ੍ਰੇਨਿੰਗ ਕਰਦੇ ਦੇਖਿਆ। ਫਿਰ ਉਹਦਾ ਬੇਟਾ ਗੋਲਫ 'ਚ ਕਈ ਵਾਰ ਮੇਰੇ ਕੋਲ ਆਇਆ, ਪਾਸਪੋਰਟ ਚਾਹੀਦਾ, ਆਹ ਚਾਹੀਦਾ, ਉਹ ਚਾਹੀਦਾ। ਮਿਲਖੇ ਨੇ ਹਮੇਸ਼ਾ ਇਹ ਹੌਂਕਾ ਲੈਣਾ, ਉਹ ਜੇ ਮਿਲਖੇ ਨੇ, ਜੇ ਚਿਰੰਜੀਵ ਨੇ ਠੀਕ ਨਾ ਖੇਲਣਾ, ਇਹ ਮਿਹਨਤ ਨਹੀਂ ਕਰਦਾ, ਇਹ ਤਾਂ ਸਵੇਰੇ 10 ਵਜੇ ਉੱਠਦਾ ਹੈ, ਉਹਨੂੰ ਇਹ ਨਹੀਂ ਪਤਾ ਕਿ ਗੋਲਫ ਅਲੱਗ ਗੇਮ ਹੈ, ਬੋਲਾਂ ਬੁੱਲਾਂ ਮਾਰਦਾ ਵਿਚਾਰਾ ਜਾ ਕੇ। ਉਹ ਕਹਿੰਦਾ ਨਹੀਂ, ਮੈਂ ਭੱਜਦਾ ਸੀ ਜਦ ਤਾਈਂ ਖੂਨ ਦੀਆਂ ਉਲਟੀਆਂ ਨਹੀਂ ਸੀ ਆਉਂਦੀਆਂ। ਸੋ ਇਹੋ ਜਿਹੇ ਬੰਦੇ ਹੈ ਜਿਨ੍ਹਾਂ ਨੇ ਪੰਜਾਬ ਦਾ ਨਾਂ ਉੱਚ ਕੀਤਾ। ਸੋ ਉਹ ਸਪੋਰਟਸ ਕਿੱਥੇ ਗਏ? ਸਪੋਰਟਸਮੈਨ ਉਹ ਐਤਕੀ ਹਾਕੀ 'ਚ ਆਇਆ ਸਾਡਾ ਨਾਂ, ਲੇਕਿਨ ਉਹ ਸਪੋਰਟਸ ਕਿੱਥੇ ਗਈ ਪੰਜਾਬ ਦੀ? ਉਹਨੂੰ ਵਾਪਸ ਲਿਆਉਣ ਦੀ ਲੋੜ ਹੈ। ਕਿਉਂ ਅਸੀਂ ਉਹਦੇ 'ਤੇ ਅਟੈਂਸ਼ਨ, ਉਹਦੇ ਕਨੇ ਧਿਆਨ ਨਹੀਂ ਦਿੰਦੇ? ਮਿਲਖਾ ਸਿੰਘ ਦਾ ਜੇ ਉਸ ਸਾਲ 1960 ਓਲੰਪਿਕ 'ਚ ਉਹ 200 ਮੀਟਰ ਭੱਜਦਾ, 400 ਮੀਟਰ ਨਾ ਭੱਜਦਾ, ਤਾਂ ਉਹਦਾ ਮੈਡਲ ਆਇਆ ਸੀ। ਕਿਉਂਕਿ ਜਿਹੜਾ ਵਿਨਿੰਗ ਟਾਈਮ ਫਸਟ, ਸੈਕਿੰਡ, ਥਰਡ ਟਾਈਮ ਜਿਹੜਾ 200 ਮੀਟਰ ਦਾ ਸੀ, ਉਹ ਮਿਲਖਾ ਉਸ ਟਾਈਮ 'ਤੇ ਆਲਰੇਡੀ ਭੱਜ ਚੁੱਕਿਆ ਸੀ। 400 ਮੀਟਰ ਵਾਲੇ 'ਚ ਉਹ ਚਾਰੋਂ ਦੇ ਚਾਰ ਉਹਨੇ ਓਲੰਪਿਕ ਰਿਕਾਰਡ ਬੀਟ ਕਰਤਾ। ਉਹਦੀ ਬਦਕਿਸਮਤੀ ਇੱਕ ਤਾਂ ਬਾਹਰਲੀ ਟਰੈਕ ਮਿਲ ਗਈ, ਔਰ ਇੱਕ ਦੂਜੇ 3 ਇਹੋ ਜਿਹੇ ਆ ਗਏ ਬੰਦੇ ਜਿਹੜੇ ਬਹੁਤ ਜ਼ਿਆਦਾ ਚੰਗੇ ਸੀ ਉਹਦੇ। ਸੋ ਇਸ ਕਰਕੇ ਚਲੋ ਉਹ ਤਾਂ ਨਿਕਲ ਗਈ, ਲੇਕਿਨ ਮਿਲਖੇ ਨੇ ਜੋ ਨਾਮ ਉਸ ਟਾਈਮ 'ਤੇ ਪ੍ਰਸਿੱਧ ਕੀਤਾ, ਉਹੇ ਜਿਹੇ ਅਸੀਂ ਹੁਣ ਕਈ ਮਿਲਖਾ ਸਿੰਘ ਬਣਾਉਣੇ ਹੈ। ਉਦਣ ਵੀ ਉਹ ਮੁੰਡੇ ਨੇ ਜੈਵਲਿਨ ਦਾ ਗੋਲਡ ਜਦ ਜਿੱਤਿਆ, ਉਹਨੇ ਮਿਲਖੇ ਦੇ ਨਾਂ ਕਿਹਾ। ਨਾਲ ਹੈਗੇ ਜੀ ਕੈਪਟਨ ਬਾਜਵਾ, ਇਹ ਪਹਿਲਾਂ ਐਮਰਜੈਂਸੀ ਕਮਿਸ਼ਨ ਅਫਸਰ ਸੀਗੇ, ਫਿਰ ਇਹ ਰਿਜ਼ਰਵ ਬੈਂਕ 'ਚ ਰਹੇ। ਇਹਨਾਂ ਨੇ ਰੂਰਲ ਕ੍ਰੈਡਿਟ 'ਤੇ ਪੇਂਡੂਆਂ ਨੂੰ ਜਿਹੜੀ ਕਰਜ਼ਾ ਦਿੱਤਾ ਜਾਂਦਾ ਹੈ, ਉਹਦੇ 'ਤੇ ਬੜਾ ਕੰਮ ਕੀਤਾ ਰਿਜ਼ਰਵ ਬੈਂਕ 'ਚ। ਔਰ ਇਹ ਕਰਜ਼ਾ ਦਾ ਬਹੁਤ ਵੱਡਾ ਮੁੱਦਾ ਹੈ ਪੰਜਾਬ 'ਚ।
ਸਾਡੀ ਇਕੋਨਮੀ ਉਦੋਂ ਤਾਈਂ ਵਾਪਸ ਨਹੀਂ ਆ ਸਕਦੀ ਜਦ ਤਾਈਂ ਅਸੀਂ ਕਰਜ਼ਾ ਜਿਹੜਾ ਪੰਜਾਬ ਤੇ ਚੜਿਆ ਹੋਇਆ ਹੈ, ਜਿਹੜਾ ਲੋਕਾਂ ਤੇ ਚੜਿਆ ਹੋਇਆ ਹੈ, ਕਿਸਾਨਾਂ ਤੇ ਚੜਿਆ ਹੋਇਆ ਹੈ, ਉਹਦਾ ਕੀ ਹੱਲ ਹੈ, ਉਹ ਮੁੱਦੇ ਅਸੀਂ ਜਦ ਡਿਬੇਟ ਕਰਾਂਗੇ ਉਸ ਨੂੰ ਲੈ ਕੇ ਆਵਾਂਗੇ ਸਾਹਮਣੇ। ਐਂਡ ਕਰਨਲ ਸਾਹਿਬ ਨੂੰ ਤਾਂ ਤੁਸੀਂ ਪਹਿਲਾਂ ਮਿਲੇ ਹੀ ਹੋ। ਹੁਣ ਜਲਦੀ ਮੈਂ ਇੰਟਰੋਡਕਸ਼ਨ ਕਰਦੇ ਥੀਮਸ ਵੈਸੇ ਸਾਰੀਆਂ ਮੁੱਦੇ ਚੱਕ ਲਏ ਨੇ, ਪਰ ਮੈਨੂੰ ਮੈਂ ਸ਼ੁਰੂ 'ਚ ਇਹ ਕਹਿਣਾ ਹੈ ਕਿ ਸਾਡਾ ਕੀ ਹੈ, ਇਰਾਦਾ ਕੀ ਹੈ। ਇਰਾਦਾ ਇਹ ਹੈ ਕਿ ਪੰਜਾਬ 'ਚ ਅਸੀਂ ਉਹ ਮੁੱਦਿਆਂ ਤੇ ਡਿਬੇਟ ਕਰੀਏ। ਇਹ ਪਾਰਟੀਆਂ ਜਿੱਧਰ ਨੂੰ ਡਿਬੇਟ ਲਿਜਾ ਰਹੀਆਂ ਉਹ ਇਹਨਾਂ ਨੂੰ ਕਰੀ ਜਾਂਦਾ ਜੋ ਇਹਨਾਂ ਨੇ ਕਰਨਾ ਹੈ। ਮੁੱਦੇ ਜਿਹੜੇ ਹੈਗੇ, ਸਾਰਿਆਂ ਤੋਂ ਵੱਡਾ ਮੁੱਦਾ ਇਸ ਵੇਲੇ ਬਣਿਆ ਹੋਇਆ ਹੈ ਕਿਸਾਨ ਅੰਦੋਲਨ ਦਾ। ਲੇਕਿਨ ਕਿਸਾਨ ਅੰਦੋਲਨ ਕੱਲਾ ਮੁੱਦਾ ਨਹੀਂ ਹੈ। ਉਹ ਜਿਹੜੇ ਕਾਨੂੰਨ ਬਣੇ ਆ, ਕਾਲੇ ਕਾਨੂੰਨ ਬਣੇ ਆ, ਉਹ ਗਲਤ ਹੈ, ਉਹ ਵਾਪਸ ਲੈ ਲੈਣੇ ਚਾਹੀਦੇ ਹੈ, ਧੱਕੇ ਨਾਲ ਲਗਾਏ ਗਏ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ। ਲੇਕਿਨ ਕਾਨੂੰਨ ਜੇ ਵਾਪਸ ਵੀ ਹੋ ਜਾਂਦੇ ਹੈ ਤਾਂ ਜਿਹੜਾ ਖੇਤੀਬਾੜੀ ਦਾ ਸੰਕਟ ਹੈ ਪੰਜਾਬ ਦਾ, ਉਹ ਖਤਮ ਨਹੀਂ ਹੋ ਜਾਂਦਾ। ਇਹ ਤਾਂ ਸਿਰਫ ਇੱਕ ਕਿਸਾਨ ਵੱਡੇ ਨੇਤਾ ਨਾਲ ਮੁਲਾਕਾਤ ਹੋਈ ਸੀ, ਉਹਨਾਂ ਨੇ ਕਿਹਾ, ਕਹਿੰਦੇ ਇਹ ਤਾਂ ਇੰਜ ਹੈ ਜਿਵੇਂ ਪੇਸ਼ੈਂਟ ਹਸਪੀਟਲ 'ਚ ਹੁੰਦਾ ਹੈ, ਉਹ ਰੈਸਪੀਰੇਟਰ ਤੇ ਲੱਗਿਆ ਹੋਇਆ ਹੈ, ਮੋਦੀ ਸਾਹਿਬ ਆ ਕੇ ਉਹਦਾ ਪਲੱਗ ਕੱਢ ਰਹੇ ਆ ਬਾਹਰ ਕਿ ਇਹਦਾ ਰੈਸਪੀਰੇਟਰ ਬੰਦ ਕਰ ਜਾਈਏ, ਹੁਣ ਇਹਨੂੰ ਅੰਤਮ ਹੋ ਲੈਣ ਦਿਓ। ਅਸੀਂ ਕਹਿ ਰਹੇ ਹਾਂ ਨਹੀਂ, ਪਲੱਗ ਨਾ ਕੱਢਿਓ, ਮਰੀਜ਼ ਜਿਹੜਾ ਉਹ ਤਾਂ ਰੈਸਪੀਰੇਟਰ ਤੇ ਹੈ ਹਲੇ ਵੀ। ਜਿਹੜਾ ਇੱਥੇ ਸੰਕਟ ਹੈ ਉਹ ਸੰਕਟ ਨਹੀਂ ਦੂਰ ਹੋਣਾ ਇਹਦੇ ਨਾਲ। ਉਹ ਤਾਂ ਜ਼ਰੂਰ ਹੈ ਕਾਨੂੰਨ ਵਾਪਸ ਲੈਣ, ਲੇਕਿਨ ਅਸੀਂ ਗੱਲਾਂ ਆਪਣਾ ਧਿਆਨ ਸੰਕਟ ਤੇ ਵੀ ਰੱਖਣਾ ਚਾਹੀਦਾ ਹੈ ਕਿ ਜਿਹੜੇ ਅਸੀਂ ਹਰੀ ਕ੍ਰਾਂਤੀ ਦੇ ਪਹਿਲੇ ਦੌਰ ਵਿੱਚ ਕਣਕ ਔਰ ਚੌਲ ਦੇ ਸਾਈਕਲ 'ਚ ਪੰਜਾਬ ਫਸਿਆ ਹੋਇਆ ਹੈ, ਪੰਜਾਬ ਨੂੰ ਕਿਵੇਂ ਕੱਢਣਾ ਹੈ। 20 ਸਾਲ ਦੇ ਇਹ ਕਿਸਾਨੂ ਮੁੱਦਿਆਂ ਨਾਲ ਜੁੜੇ ਹੋਏ ਚੀਫ ਮਿਨਿਸਟਰ ਰਹੇ ਨੇ, ਇਹਨਾਂ ਨੇ ਕਿਉਂ ਕੋਈ ਮਾਡਲ ਨਹੀਂ ਬਣਾਈ, ਪਲਾਨ ਨਹੀਂ ਬਣਾਈ। ਇੱਕ ਜਿਹੜਾ ਬੰਦਾ ਅੱਗੇ ਨੂੰ ਚੀਫ ਮਿਨਿਸਟਰ ਬਣਨਾ ਚਾਹੁੰਦਾ ਹੈ, ਉਹ ਕਹਿੰਦਾ ਮੇਰੇ ਕੋਲ ਪੰਜਾਬ ਦੀ ਇੱਕ ਪਲਾਨ ਹੈਗੀ ਹੈ। ਜੇ ਪਲਾਨ ਹੈਗੀ ਹੈ ਤਾਂ ਸਲਾਹਕਾਰ ਕਿਸ ਲਈ ਰੱਖੇ ਆ ਬਾਅਦ 'ਚ? ਸਲਾਹਕਾਰ ਪਲਾਨ ਤੋਂ ਪਹਿਲਾਂ ਬਣਾਉਣ ਤੇ ਰੱਖੇ ਨਹੀਂ ਹੁੰਦੇ ਜਾਂ ਬਾਅਦ 'ਚ? ਅੱਛਾ, ਉਹ ਸਲਾਹਕਾਰਾਂ ਦਾ ਹੀ ਰੌਲਾ ਪਈ ਜਾਂਦਾ। ਪਲਾਨ ਉਹਦੇ ਬੋਝੇ 'ਚ ਹੈ, ਉਹ ਕਹਿੰਦਾ ਸਲਾਹਕਾਰ ਹਲੇ ਆਪਸ 'ਚ ਲੜੀ ਜਾਂਦੇ, ਕੋਈ ਕਸ਼ਮੀਰ ਤੇ ਬੋਲ ਰਿਹਾ, ਕੋਈ ਅਫਗਾਨਿਸਤਾਨ ਤੇ, ਕੋਈ ਪਾਕਿਸਤਾਨ ਤੇ। ਇਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸਿਲੈਕਟ ਕਰਨਾ ਹੈ ਪੰਜਾਬ ਨੇ ਜਾਂ ਚੀਫ ਮਿਨਿਸਟਰ ਕਰਨਾ ਹੈ? ਇਹ ਸੋਚਣ ਵਾਲੀ ਗੱਲ ਹੈ ਕਿ ਮੁੱਦਿਆਂ ਉਹਨਾਂ ਤੇ ਰਹੋ ਜਿਹੜੇ ਪੰਜਾਬ ਦੇ ਮੁੱਦੇ ਨੇ। ਸੋ ਇਸ ਕਰਕੇ ਅਸੀਂ ਇਹਦੇ ਤੇ ਡਾਕਟਰ ਔਲਖ, ਉਹਨਾਂ ਦੇ ਵਾਈਫ ਬਿਮਾਰ ਨੇ, ਉਹ ਸਾਡੇ ਨਾਲ ਜੁੜ ਨਹੀਂ ਸਕੇ। ਡਾਕਟਰ ਔਲਖ ਸਾਡੇ ਨਾਲ ਜੁੜ ਗਏ ਨੇ, ਜਿਹੜੇ ਵਾਈਸ ਚਾਂਸਲਰ 5 ਸਾਲ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੇ ਰਹੇ। ਇੱਕ ਅਸੀਂ ਬਹੁਤ ਵੱਡਾ ਸੈਮੀਨਾਰ ਸਮਾਗਮ ਜਾਂ ਟੈਲੀਵਿਜ਼ਨ ਚੈਨਲ ਤੇ, ਉਹ ਵੀ ਸਾਡੇ ਕੋਲ ਆਫਰ ਹੈਗੀ ਹੈ, ਜਾਂ ਇਸ ਤਰ੍ਹਾਂ ਦਾ ਇਕੱਠਾ ਕਰਕੇ ਚੰਗੇ ਬੰਦੇ ਬੁਲਾ ਕੇ ਜਿਹੜੇ ਇਸ ਵਿਸ਼ੇ ਕਿਵੇਂ ਪੰਜਾਬ ਨੂੰ, ਇਹ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਡਾਇਵਰਸੀਫਾਈ ਕ੍ਰੌਪਸ, ਖੇਤੀਬਾੜੀ ਦੇ ਜਿਹੜੀਆਂ ਸਾਡੀਆਂ ਫਸਲਾਂ, ਇੱਕੋ ਹੀ ਤਰੀਕਾ ਹੋ ਸਕਦਾ ਨਾ। ਜੇ ਆਮਦਨ ਵਧਾਉਣੀ ਹੈ ਕਿਸਾਨ ਦੀ, ਉਹ ਉਹਨਾਂ ਨੂੰ ਇਹ ਤਾਂ ਨਹੀਂ ਅੱਛਾ ਜੀ ਬਿਜਲੀ ਮਾਫ ਕਰ ਦਾਂਗੇ, ਫਲਾਣੀ ਚੀਜ਼ ਮਾਫ ਕਰ ਦਾਂਗੇ, ਇਹ ਕੋਈ ਪਲਾਨ ਨਹੀਂ ਹੈ। ਪਲਾਨ ਹੁੰਦੀ ਹੈ ਜੀ ਅਸੀਂ ਇਸ ਤਰੀਕੇ ਨਾਲ ਪੰਜਾਬ ਦੀ ਇੰਨੇ 10,000 ਹੈਕਟੇਅਰ ਪਹਿਲਾਂ ਸਬਜ਼ੀਆਂ ਤੇ ਫਲਾਂ ਕਨੀ ਲਿਜਾਵਾਂਗੇ। ਓਕੇ, ਚਲੋ ਲੈ ਗਏ ਤੁਸੀਂ। ਸਰਕਾਰ ਦਾ ਕੰਮ ਬਣਦਾ ਹੈ ਕੋਆਪਰੇਟਿਵ ਬਣਾਉਣ, ਕਿਸਾਨਾਂ ਨੂੰ ਵੀ ਉਹਦੇ 'ਚ ਫਾਇਦਾ ਹੋਵੇ ਜੇ ਜ਼ਿਆਦਾ ਆਮਦਨ ਹੁੰਦੀ ਹੈ। ਫਿਰ ਸਪਲਾਈ ਚੇਨ ਕਿੱਥੇ ਹੈ, ਉਹਨੂੰ ਭੇਜੋਗੇ ਕਿੱਥੇ? ਹਿੰਦੁਸਤਾਨ 'ਚ ਵੀ ਮਿਡਲ ਕਲਾਸ ਵੱਡੀ ਹੋ ਰਹੀ ਹੈ। ਖਲੀਜ ਜਿੱਥੇ ਮੈਂ ਐਂਬੈਸਡਰ ਰਿਹਾ, ਉਹ ਦੇਸ਼ ਵੀ ਚਾਹੁੰਦੇ ਆ ਕਿ ਸਾਡੇ ਤਾਈਂ ਲੈ ਕੇ ਆਓ। ਨਵੰਬਰ ਦੇ ਮਹੀਨੇ 'ਚ ਮੈਂ ਇੱਥੇ ਗਿਆ ਹੋਇਆ ਸੀ, ਉੱਥੇ ਇੱਕ ਕੌਂਸਲੇਟ ਜਨਰਲ ਸਾਡੀ ਦੁਬਈ 'ਚ ਡਿਸਕਸ਼ਨ ਕਰ ਰਹੀ ਸੀ ਕਿ ਕਿਸ ਤਰੀਕੇ ਨਾਲ ਉਹਨਾਂ ਦੇਸ਼ ਸਬਜ਼ੀਆਂ ਤੇ ਫਲ ਫਰੂਟ ਚਾਹੀਦੇ ਆ। ਉਹ ਇੱਥੇ ਵੀ ਸੁਝਾਅ ਆਏ ਹੋਏ ਆ, ਲੇਕਿਨ ਉਹਦੇ ਤੇ ਕੋਈ ਕੰਮ ਨਹੀਂ ਕੀਤਾ ਕਿਸੇ ਨੇ। ਕੌਣ ਕੰਮ ਕਰੇਗਾ ਉਸ ਚੀਜ਼ ਤੇ? ਇਹ ਪਲਾਨ ਹੈ ਸਾਰੀਆਂ, ਜੇਬ 'ਚ ਲੈ ਕੇ ਲੋਕ ਪਲਾਨ ਫਰੀ ਜਾਂਦੇ ਆ। ਇਹਨੂੰ ਦੱਸੋ ਲੋਕਾਂ ਨੂੰ, ਉਹਨੂੰ ਇੰਪਲੀਮੈਂਟ ਕਰੋ, ਉਹਨੂੰ ਦੱਸੋ ਅੱਗੇ ਕੀ ਹੈ, ਕਿਸਾਨਾਂ ਨੂੰ ਜੋੜੋ। ਸੋ ਇੱਕ ਪਾਸੇ ਤਾਂ ਉਹ ਲੜਾਈ ਉੱਥੇ ਠੀਕ ਹੈ ਜਿਹੜੀ ਲੜੀ ਜਾ ਰਹੀ ਹੈ ਦਿੱਲੀ ਦੇ ਸਰਹੱਦ ਤੇ, ਪਰ ਨਾਲ ਦੇ ਨਾਲ ਜਿਹੜੀ ਤਬਦੀਲੀ ਲਿਆਉਣੀ ਹੈ, ਇੱਕ ਨਵਾਂ ਮਾਡਲ ਪੰਜਾਬ ਦਾ ਬਣਾਓ ਜਿਹੜਾ ਹਰਿਆਣਾ ਵੀ ਫਿਰ ਫੋਲੋ ਕਰੇਗਾ, ਨਾਲ ਉਹਦੇ ਯੂਪੀ ਵੀ ਫੋਲੋ ਕਰੂਗਾ, ਬਾਕੀ ਦਾ ਹਿੰਦੁਸਤਾਨ ਕਰੂਗਾ। ਇੱਕ ਟਾਈਮ ਸੀ ਜਦ ਅਸੀਂ ਕਣਕ ਉਗਾ ਰਹੇ ਸੀ, ਜਦ ਹਿੰਦੁਸਤਾਨ ਬਾਹਰੋਂ ਕਣਕ ਮੰਗਵਾਉਂਦੀ ਸੀ, 60-70% ਕਣਕ ਪੰਜਾਬ 'ਚੋਂ ਜਾਂਦੀ ਸੀ ਪੂਰੇ ਹਿੰਦੁਸਤਾਨ 'ਚ, ਸਾਨੂੰ ਥਾਪੀਆਂ ਦਿੱਤੀਆਂ ਜਾਂਦੀਆਂ ਸੀ। ਹੁਣ ਯੂਪੀ ਦੀ ਕਣਕ ਸਾਡੇ ਨਾਲੋਂ ਜ਼ਿਆਦਾ ਯੂਪੀ ਉਗਾ ਰਹੀ ਹੈ ਕਣਕ। ਹੁਣ ਉਹ ਕਹਿੰਦੇ ਸਾਨੂੰ ਪੰਜਾਬ ਦੀ ਲੋੜ ਨਹੀਂ। ਚਲੋ ਨਹੀਂ ਲੋੜ, ਕੋਈ ਗੱਲ ਨਹੀਂ, ਅਸੀਂ ਕੋਈ ਇਹੋ ਜਿਹੀ ਚੀਜ਼ ਬੀਜ ਸਕਦੇ ਹਾਂ ਜਿਹਦੀ ਲੋੜ ਹੋਵੇ। ਹੀ ਰੋਈ ਜੀ ਸਾਨੂੰ ਅੱਜ ਨਕਾਰਦੇ ਆ, ਪਹਿਲਾਂ ਸਾਡੇ ਤੋਂ ਲੈਂਦੇ ਸੀ। ਇਹ ਕੋਈ ਪਾਲਿਸੀ ਨਹੀਂ ਹੁੰਦੀ। ਪਾਲਿਸੀ ਜਿਹੜੇ ਸਿਆਸਤਦਾਨ ਹੈ ਉਹਨਾਂ ਨੂੰ ਅੱਗੇ ਲਈ ਵਧਣ ਲਈ ਪਾਲਿਸੀ ਹੋਣੀ ਚਾਹੀਦੀ ਹੈ। ਇਹ ਜਿਹੜੀ ਸਾਡਾ ਮੰਚ ਹੈ, ਉਹਨਾਂ ਤੇ ਇਹਨਾਂ ਚੀਜ਼ਾਂ ਤੇ ਰੋਸ਼ਨੀ ਪਾਏਗੀ, ਉਹਨਾਂ ਨੂੰ ਦੱਸੇਗੀ ਭਾਈ ਥੋੜਾ ਜਿਹਾ ਇਸਤੇਮਾਲ ਕਰ ਲਓ, ਜਿਹੜੇ ਐਕਸਪੀਰੀਅੰਸ ਬੰਦੇ ਆ ਉਹਨਾਂ ਦੀ ਗੱਲ ਸੁਣ ਲਓ ਦੀ। ਸੋ ਇਸ ਕਰਕੇ ਇਰਾਦਾ ਕੀ ਹੈ?
पंजाब प्रमुख राज हिंदुस्तान का किवें बन सकता, सीधा एक लाइन का स्लोगन है, पंजाब नूं प्रमुख राज दोबारा किवें बनाउणा। जिवें ट्रंप कहंदा सी, होर तां गलत गल्लां बड़ियां करदा सी, एक गल उहदी ठीक सी, अमेरिका फर्स्ट। असीं कहंदे आ पंजाब प्रमुख, सारिਆਂ ਤੋਂ ਅੱਗੇ ਇਹ ਦੱਸਣ ਜਿਹੜੇ ਇਸ ਵੇਲੇ ਸਿਆਸਤ 'ਚ ਆਏ ਹੋਏ ਹੈ, ਸਾਰੇ ਲੱਗੇ ਹੋਏ ਨੇ ਪੋਲੀਟਿਕਸ 'ਚ, ਇਹ ਦੱਸਣ ਕਿਵੇਂ ਲਿਜਾਣਗੇ ਪੰਜਾਬ ਨੂੰ ਉੱਥੇ। ਇਹ ਸਵਾਲ ਕਿਸਾਨ ਅੱਜ ਪਿੰਡਾਂ 'ਚ ਕਿਉਂ ਨਹੀਂ ਇਹਨਾਂ ਨੂੰ ਵੜਨ ਦਿੰਦੇ। ਮੈਂ ਉਹਨਾਂ ਨੂੰ ਕਿਹਾ ਭਾਈ ਇਹਨਾਂ ਨੂੰ, ਉਹ ਚੰਗੀ ਗੱਲ ਹੈ, ਰਾਜੇਵਾਲ ਸਾਹਿਬ ਨੇ ਵੀ ਇਹੀ ਗੱਲ ਕੀਤੀ ਕੱਲ ਜਦ ਸੀਐਮ ਨੂੰ ਮਿਲ ਕੇ ਆਏ ਹੈ ਕਿ ਇਹ ਗੱਲ ਠੀਕ ਨਹੀਂ, ਕਹੋ ਅਸੀਂ ਪਿੰਡਾਂ 'ਚ ਨਹੀਂ ਵੜਨ ਦੇਣਾ ਬੰਦਿਆਂ ਨੂੰ। ਇਹ ਲੋਕਤੰਤਰ ਨਹੀਂ, ਲੋਕਤੰਤਰ ਹੈ, ਉਹਨਾਂ ਨੂੰ ਪਿੰਡਾਂ 'ਚ ਵੜਨ ਦਿਓ, ਕਟਾਰੇ 'ਚ ਖੜਾ ਕਰਕੇ ਉਹਨਾਂ ਨੂੰ ਸਵਾਲ ਪੁੱਛੋ। ਜੇ ਸਵਾਲਾਂ ਦਾ ਜਵਾਬ ਦਿੰਦੇ ਚੰਗੀ ਗੱਲ ਹੈ, ਜੇ ਨਹੀਂ ਜਵਾਬ ਦਿੰਦੇ ਨਾ ਸਹੀ, ਆਪੇ ਪਤਾ ਲੱਗ ਜਾਏਗਾ। ਨਹੀਂ ਜਵਾਬ ਦਿੰਦੇ ਤਾਂ ਫਿਰ ਬਾਕੀ ਦੇ ਲੋਕ ਦੇਖ ਲੈਣਗੇ ਕਿਹਦੇ ਕੋਲ ਜਵਾਬ ਹੈ, ਕਿਹਦੇ ਕੋਲ ਨਹੀਂ ਹੈ। ਸੋ ਇਸ ਕਰਕੇ ਇਹ ਹੁੰਦਾ ਸੰਵਾਦ। ਅਸੀਂ ਜਿਹੜਾ ਹੈ ਇਹ ਡਾਇਲੌਗ, ਸੰਵਾਦ ਕਰਾਂਗੇ ਲੋਕਾਂ ਨਾਲ, ਅਸੀਂ ਉਹਨਾਂ ਦੀ ਆਵਾਜ਼ ਬਣਾਂਗੇ। ਉਹ ਵਿਚਾਰੇ ਇੱਕ ਵੀਡੀਓ ਲਾਉਂਦੇ ਆ ਸੋਸ਼ਲ ਮੀਡੀਆ ਤੇ, ਉਹ ਥੋੜਾ ਜਿਹਾ ਘੁੰਮਦਾ, ਉਸ ਨੂੰ, ਉਸ ਆਵਾਜ਼ ਨੂੰ ਕਿਵੇਂ ਵੱਡਾ ਕਰਨਾ ਹੈ। ਅਸੀਂ ਉਹ ਆਵਾਜ਼ ਸੁਣਨੀ ਚਾਹੁੰਦੇ ਹਨ ਲੋਕਾਂ ਦੀ, ਆਪਣੀ ਉਹਨਾਂ ਤਾਈਂ ਪਹੁੰਚਾਉਣਾ ਚਾਹੁੰਦੇ ਹਾਂ। ਮਿਲ ਕੇ ਫਿਰ ਉਹ ਜਿਹੜੀ ਉਹਦੇ ਚੋਂ ਅੱਤ ਨਿਕਲੇਗਾ, ਉਹਨੂੰ ਫਿਰ ਲਾਊਡ ਸਪੀਕਰਾਂ ਤੇ ਫੈਲਾਵਾਂਗੇ ਕਿ ਸਾਰਾ ਪੰਜਾਬ, ਸਾਰਾ ਹਿੰਦੁਸਤਾਨ, ਸਾਰਾ ਰੀਜਨ, ਸਾਰਾ ਇਲਾਕਾ ਸੁਣ ਲੈ ਭਾਈ, ਆਹ ਆਵਾਜ਼ ਹੈ ਪੰਜਾਬ ਦੀ। ਇਹ ਇਕੱਲੇ ਇੱਕ ਕਿਸਾਨ ਦੀ ਆਵਾਜ਼ ਵਿਚਾਰੀ ਦੀ ਉੱਥੇ ਤਾਈਂ ਜਾ ਸਕਦੀ ਹੈ। ਸੋ ਹੁਣ ਜਲਦੀ ਜਲਦੀ ਆਪਾਂ ਖਤਮ ਕਰੀਏ, ਔਰ ਉਹਦੇ ਬਾਅਦ ਮੈਂ 4-4, 5-5 ਮਿੰਟ ਕੁਛ ਬੰਦਿਆਂ ਨੂੰ ਜਿਹੜੇ ਉਹਨਾਂ ਦੇ ਮਾਹਰ ਨੇ ਉਹਨਾਂ ਨੂੰ ਕਹਾਂਗੇ ਕਿ ਕੁਛ ਸ਼ਬਦ ਉਸ 'ਤੇ ਬੋਲਣ। ਸੋ ਖੇਤੀਬਾੜੀ ਦੀ ਤਾਂ ਮੈਂ ਗੱਲ ਤੁਹਾਨੂੰ ਕਰ ਲਈ ਆਲਰੇਡੀ। ਪੁਲਿਸ ਤੇ ਐਡਮਿਨਿਸਟ੍ਰੇਸ਼ਨ, ਦੇਖੋ ਸਾਰਿਆਂ ਤੋਂ ਜਿਹੜੀ ਮੁਸ਼ਕਿਲ ਗੱਲ ਹੈ, ਜਦ ਦਾ ਅੱਤਵਾਦ ਇੱਥੇ ਆਇਆ ਪੁਲਿਸ ਬਹੁਤ ਹਾਮੀ ਹੋ ਗਈ, ਬਹੁਤ ਭਾਰੀ ਹੋਈ ਹੈ ਐਡਮਿਨਿਸਟ੍ਰੇਸ਼ਨ 'ਚ। ਹੁਣ ਜਿਹੜੇ ਮੇਰੇ ਕੋਲ ਇੱਕ ਐਸਾ ਵੀ DGP ਜਿਹਨੂੰ ਕੋਈ SIT 'ਚੋਂ ਕੱਢਿਆ, ਮੈਨੂੰ ਮਿਲਣ ਆ ਗਿਆ ਵਿਚਾਰਾ। ਉਹ ਕਹਿੰਦਾ ਜੀ ਮੈਨੂੰ ਜਦ ਇਨਕੁਆਇਰੀ ਤੇ ਲਾ ਦਿੰਦੇ ਆ, ਇੰਨੀ ਬਣਾਈਆਂ ਹੋਈਆਂ ਮੈਂ ਇਨਕੁਆਇਰੀਆਂ, ਕਿਹਨੇ ਕੀ ਗਲਤ ਕੀਤਾ, ਕਿਹੜਾ ਕਿਹਦੇ ਨਾਲ ਜੁੜਿਆ ਹੋਇਆ, ਕਹਿੰਦਾ ਜਦ ਉਹ ਉਸ ਤੱਤ ਤੇ ਪਹੁੰਚਣ ਲੱਗੇ ਮੇਰੇ ਤੇ ਕੇਸ ਬਣਾ ਦਿੰਦੇ ਉਲਟਾ। ਸੋ ਇੱਕ ਤਰ੍ਹਾਂ ਦਾ ਇਹ ਗੁੱਥ-ਮੁੱਥ ਹੋ ਗਿਆ। ਜਿਹੜੇ ਥੱਲੇ ਦੇ ਮਾਫੀਆ ਨੇ ਉਹ ਪੁਲਿਸ ਨਾਲ ਮਿਲੇ ਹੋਏ ਹੈ, ਉਹ ਫਿਰ ਪੋਲੀਟੀਸ਼ੀਅਨ ਨਾਲ ਮਿਲੇ ਹੋਏ ਹੈ। ਕਿਉਂ, ਕਿਵੇਂ ਇਹਨੂੰ ਤੋੜ ਸਕਦੇ ਆ? ਇਹ ਜਿਹੜਾ ਲਿੰਕ ਹੈ ਮਾਫੀਆ ਦਾ, ਔਰ ਜਿਹੜੀ ਪੰਜਾਬ ਦੀ ਆਮਦਨ ਆਉਣੀ ਚਾਹੀਦੀ ਹੈ ਰੇਤੇ 'ਚੋਂ, ਸ਼ਰਾਬ ਦੀ ਵਿਕਰੀ 'ਚੋਂ, ਫਿਰ ਡਰੱਗਸ ਨੂੰ ਕਿਵੇਂ ਖਤਮ ਕਰਨਾ, ਨਸ਼ੀਲੀ ਪਦਾਰਥਾਂ ਨੂੰ ਕਿਵੇਂ ਖਤਮ ਕਰਨਾ, ਇਹਦੀ ਕੋਈ ਪਲਾਨ ਹੋਣੀ ਚਾਹੀਦੀ ਹੈ। ਉਹ ਬਣ ਨਹੀਂ ਸਕਦੀ ਜਦ ਤੁਸੀਂ ਪੁਲਿਸ ਦੇ ਅੰਦਰ ਤਬਦੀਲੀ ਨਹੀਂ ਲਿਆਉਂਦੇ, ਜਦ ਤੱਕ ਤੁਸੀਂ ਪੂਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਉੱਤੋਂ ਲਾ ਕੇ ਥੱਲੇ ਤਾਈਂ ਤਬਦੀਲੀ ਨਹੀਂ ਲਿਆਉਂਦੇ, ਉਦੋਂ ਤਾਈਂ ਇਹਦਾ ਕੋਈ ਇਲਾਜ ਨਹੀਂ ਹੈ। ਕਿਉਂਕਿ ਜਿਹੜਾ ਨਵਾਂ ਬੰਦਾ ਆਉਂਦਾ ਹੈ, ਮੈਂ ਫੋਰਨ ਸਰਵਿਸ ਤੋਂ ਆਉਣ ਤੋਂ ਪਹਿਲਾਂ 2 ਸਾਲ IPS 'ਚ ਰਿਹਾ। ਸਾਡਾ ਇੱਕ ਇੰਸਟ੍ਰਕਟਰ ਸੀ ਉੱਥੇ UP ਦਾ ਸੀਨੀਅਰ ਅਫਸਰ, ਉਹ ਬੜੀ ਅੱਛੀ ਗੱਲ ਸੁਣਾਉਂਦਾ, ਕਹਿੰਦਾ ਦਰੋਗਾ ਕਹਿੰਦੇ ਆ SHO ਨੂੰ UP 'ਚ, ਕਹਿੰਦਾ ਦਰੋਗਾ ਕੁਰਸੀ ਤੇ ਬੈਠਾ ਹੈ ਤੇ ਉਹਦਾ ਜਿਹੜਾ ਅਸਿਸਟੈਂਟ ਹੈ ਉਹ ਥੱਲੇ ਜ਼ਮੀਨ ਤੇ ਬੈਠਾ, ਇੰਜ ਚਣੇ ਲਏ ਹੋਏ ਉਹਨੇ ਆਪਣੇ ਹੱਥ 'ਚ। ਦਰੋਗਾ ਸਾਹਿਬ ਖਾ ਰਹੇ ਆ, ਉਹ ਥੱਲੇ ਇੰਜ ਚਣੇ ਲਏ ਆ। ਇੰਨੇ ਤਾਈਂ ਨਵਾਂ ਦਰੋਗਾ ਆ ਗਿਆ ਆਰਡਰ ਲੈ ਕੇ, ਜਿਹਨੇ ਫੇਰ ਟਿਕਣਾ, ਕਹਿੰਦਾ ਉਹ ਇੱਥੋਂ ਹੀ ਇੰਜ ਮੁੜ ਗਿਆ ਦੂਜੇ ਪਾਸੇ, ਇੱਥੋਂ ਹੀ ਐਂਡ ਟਰਨ ਮਾਰਤੀ ਉਹਨੇ। ਸੋ ਇਹ ਪੰਜਾਬ 'ਚ ਮੁੜੇ ਹੋਏ ਸਾਰੇ ਜੁੜੇ ਹੋਏ ਹੈ। ਹੁਣ ਆ ਖਾ ਰਿਹਾ ਚਣੇ, ਫਿਰ ਇੱਧਰ ਹੱਥ ਜਿਹੜਾ ਆਊਗਾ ਅਗਲਾ। ਇਹ ਕਿਵੇਂ ਅਸੀਂ ਇੰਸ਼ੋਰ ਕਰਨਾ ਹੈ ਕਿ ਉਹੇ ਜਿਹੇ ਬੰਦੇ ਪਬਲਿਕ ਲਾਈਫ 'ਚ ਆਉਣ, ਪੋਲੀਟਿਕਸ 'ਚ ਆਉਣ, ਜਿਹੜੇ ਲਿੰਕ ਜੁੜੇ ਹੈ ਸਾਰੇ, ਇਹਨਾਂ ਨੂੰ ਕਿਵੇਂ ਤੋੜ ਸਕਣ। ਤਾਂ ਇਸ ਕਰਕੇ 2 DGP ਨੂੰ ਅਸੀਂ ਰੱਖਿਆ। ਗਿੱਲ ਸਾਹਿਬ ਨਹੀਂ ਆਏ, ਇਹ ਉਹਨਾਂ ਤੋਂ ਵੀ ਸੀਨੀਅਰ ਨੇ, ਭੱਟੀ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ, ਇਹ ਕੁਝ ਸ਼ਬਦ ਕਹਿਣਗੇ, ਇਹਨਾਂ ਨੂੰ ਪੁੱਛਾਂਗੇ ਕਿ ਇਹਦਾ ਕੀ ਇਲਾਜ ਹੋ ਸਕਦਾ ਹੈ, ਕਿਉਂਕਿ ਇਹਦੇ ਬਿਨਾਂ ਪੰਜਾਬ ਅੱਗੇ ਨਹੀਂ ਵੱਧ ਸਕਦਾ ਜਦ ਤੱਕ ਆਹ ਲਿੰਕ ਨਾ ਤੋੜੀਏ। ਫਿਰ ਹੈਗੀ ਗੱਲ ਨੌਜਵਾਨਾਂ ਦੀ। ਮੇਰੇ ਕੋਲ ਬਾਦਲ ਸਾਹਿਬ ਆਏ 2001 'ਚ ਆਬੂ ਧਾਬੀ, ਗੈਰ ਅਫੀਸ਼ੀਅਲ ਉਹਨਾਂ ਦੀ ਗੈਰ ਰਸਮੀ ਵਿਜ਼ਿਟ ਸੀਗੀ, ਕੋਈ ਰਸਮੀ ਵਿਜ਼ਿਟ ਤੇ ਨਹੀਂ ਆਏ। 2 ਦਿਨ ਮੇਰੇ ਕੋਲ ਘਰ ਰਹੇ, ਉਹਨਾਂ ਦੇ ਵਾਈਫ ਵੀ ਉਹਨਾਂ ਦੇ ਨਾਲ ਸੀ। ਮੈਂ ਕਾਰ 'ਚ ਜਦ ਮੇਰੇ ਨਾਲ ਜਾਂਦੇ ਸੀ, ਮੈਂ ਕਿਹਾ ਦੇਖੋ ਬਾਦਲ ਸਾਹਿਬ, ਮੈਂ ਸਾਲ ਹੋ ਗਿਆ ਮੈਨੂੰ ਇੱਥੇ ਆਏ ਆ ਮੁੰਡੇ ਜਿਹੜੇ ਪ੍ਰੋਜੈਕਟਸ ਤੇ ਲੱਗੇ ਹੋਏ, ਇਹ ਸਾਫੇ ਵਾਲੇ ਆਣੇ ਸ਼ੁਰੂ ਹੋ ਗਏ। ਹੁਣ ਇੱਥੇ ਪਹਿਲਾਂ ਸਾਫੇ ਵਾਲੇ ਮੁੰਡੇ ਨਹੀਂ ਸੀ ਨਜ਼ਰ ਆਉਂਦੇ। ਇਹ ਕਿਉਂ ਲੇਬਰ ਕਰ ਰਹੇ ਬਿਲਡਿੰਗ 'ਚ ਇੰਨੀ ਗਰਮੀ 'ਚ? ਮੈਂ ਕਿਹਾ ਇਹਦਾ ਮਤਲਬ ਹੈ ਸਾਡੀ ਜਿਹੜੀ ਕੋਈ ਪਲਾਨ ਹੈ ਪੰਜਾਬ 'ਚ ਉਹ ਚੱਲ ਨਹੀਂ ਰਹੀ। ਇਹ 20 ਸਾਲ ਪੁਰਾਣੀ ਗੱਲ ਹੈ, ਪਰ ਕੋਈ ਨਹੀਂ, ਇੱਥੋਂ ਅੰਦਰ ਇੱਥੋਂ ਬਾਹਰ। ਤੇ ਅਸੀਂ ਇਹਨਾਂ ਨੂੰ ਦਿਓ ਕੀ ਸੁਜੈਸ਼ਨ, ਕੀ ਦਿਓ ਜਿਹਦੇ ਕੋਲ ਹਕੂਮਤ ਹੈ ਉਹ ਉਹਦੇ ਤੇ ਕੋਈ ਕਾਰਵਾਈ ਕਰਨ ਨੂੰ ਨਹੀਂ ਤਿਆਰ, ਉਹਦੇ ਤੇ ਕੋਈ ਤਬਦੀਲੀ ਲਿਆਉਣ 'ਚ ਨਹੀਂ ਤਿਆਰ, ਉਹ ਆਪਣੇ ਆਪ ਨੂੰ ਤੋੜਨ ਨਹੀਂ ਤਿਆਰ, ਉਸ ਗੱਲ ਤੋਂ ਤੋੜਨ ਨੂੰ ਨਹੀਂ ਤਿਆਰ ਜਿਹੜੇ ਬੰਦੇ ਉਹਨਾਂ ਨਾਲ ਨੱਥੀ ਹੋਏ ਹੈ, ਤਾਂ ਤਬਦੀਲੀ ਨਹੀਂ ਆ ਸਕਦੀ। ਇਸ ਵੇਲੇ ਪੰਜਾਬ ਇੱਕ ਐਸੇ ਦੌਰ ਤੇ ਖੜਾ ਹੈ, ਇਹ ਮੌਕੇ ਬਾਰ-ਬਾਰ ਨਹੀਂ ਆਉਂਦੇ। 5 ਸਾਲ ਵੀ ਆਇਆ ਸੀਗਾ ਪਹਿਲਾਂ,
ਇੱਕ ਪਾਰਟੀ ਨੇ ਖਰਾਬ ਕਰਤਾ, ਲੋਕਾਂ ਨੂੰ ਨਾਲ ਜੋੜ ਕੇ ਨਿਰਾਸ਼ ਕਰਤਾ। ਇਹ ਮੌਕਾ ਫੇਰ ਆਇਆ ਪੰਜਾਬ ਨੂੰ। ਮਹਾਮਾਰੀ ਹੈ, ਬਿਮਾਰੀ ਕਰਕੇ ਵੱਡੇ ਇਕੱਠ ਨਹੀਂ ਹੋ ਸਕਦੇ, ਕਿਸਾਨਾਂ ਦਾ ਅੰਦੋਲਨ ਹੈ, ਪਿੰਡਾਂ ਦੇ ਲੋਕ ਜਾਗਰਿਤ ਹੋਏ ਹੋਏ ਹੈ। ਇਹ ਟਾਈਮ ਹੈ ਐਤਕੀ ਚੁਣੋ ਸੋਚ ਸਮਝ ਕੇ, ਬੰਦੇ ਇਹੋ ਜਿਹੇ ਚੁਣੋ। ਅਸੀਂ ਇਹੀ ਆਵਾਜ਼ ਤੁਹਾਡੀ ਉਠਾਉਣੀ ਹੈ, ਇਹੋ ਜਿਹੇ ਚੁਣੋ ਜਿਹੜੇ ਇਹਨਾਂ ਨਾਲ ਜੁੜੇ ਨਾ ਹੋਣ, ਜਿਨ੍ਹਾਂ ਕੋਲ ਅੱਛੇ ਅੱਛੇ ਵਿਚਾਰ ਹੋਣ ਔਰ ਜਿਹੜੇ ਜੁੜਨਾ ਚਾਹਣ ਤੁਹਾਡੇ ਨਾਲ। ਔਰ ਫਿਰ ਤੁਸੀਂ ਇੱਕ ਐਸੀ ਸਰਕਾਰ ਹੁਣ ਬਣਾ ਸਕਦੇ ਹੋ ਜਦ ਇਲੈਕਸ਼ਨ ਹੁੰਦੀ ਹੈ, ਜਿਹਦਾ ਮੌਕਾ ਪਿਛਲੀ ਵਾਰ ਤੁਸੀਂ ਗਵਾ ਲਿਆ। ਸੋ ਨੌਜਵਾਨਾਂ ਨੂੰ ਅਸੀਂ ਕੀ, ਇੱਕ ਤਾਂ ਸਿੱਖਿਆ, ਪੜ੍ਹਾਈ, ਉਹੀਆਂ ਜਿਹੜੀਆਂ ਡਿਗਰੀਆਂ ਉਹ ਲੈ ਲੈਂਦੇ ਵਿਚਾਰੇ, ਉਹ ਨੌਕਰੀਆਂ ਨਹੀਂ ਲੈ ਸਕਦੇ। ਪੜ੍ਹਾਈ ਨੂੰ ਨੌਕਰੀਆਂ ਨਾਲ ਕਿਵੇਂ ਜੋੜਨਾ ਹੈ। ਇੱਥੇ ਫਿਰ ਜੇ ਇਨਵੈਸਟਮੈਂਟ ਨਹੀਂ ਆਉਂਦੀ, ਬਹੁਤ ਘੱਟ ਇਨਵੈਸਟਮੈਂਟ ਆਉਂਦੀ ਹੈ। ਸਾਡੀ ਜਿਹੜੀ ਇੰਡਸਟਰੀਅਲ GDP ਜਿਹੜੀ ਪੰਜਾਬ ਦੀ, ਉਹ 'ਚ 20% ਵੀ ਨੇ ਇੰਡਸਟਰੀ, 14, 15, 16% 'ਤੇ ਹੈ। ਜਦ ਤੱਕ ਇੰਡਸਟਰੀ ਨੌਕਰੀਆਂ ਤਾਂ ਉਹਦੇ 'ਚ ਹੀ ਹੋਣਗੀਆਂ ਨਾ, ਕਿਸਾਨਾਂ ਦੀਆਂ ਵੀ ਨੌਕਰੀਆਂ ਹੋ ਸਕਦੀਆਂ। ਜਦ ਨਵੀਆਂ ਸਪਲਾਈ ਚੇਨ ਬਣਨਗੀਆਂ, ਜੇ ਤੁਸੀਂ ਫਸਲਾਂ ਬਦਲੋ ਉਹਦੇ 'ਚ ਵੀ ਨੌਕਰੀਆਂ ਆਉਣਗੀਆਂ। ਲੇਕਿਨ ਅਸੀਂ ਕਲੀਨ ਇੰਡਸਟਰੀ, ਦੁਨੀਆ ਇਸ ਵੇਲੇ ਚਲੀ ਗਈ, ਇੱਥੇ ਕੋਈ ਸਟੀਲ ਮਿਲ ਨਹੀਂ ਲੱਗ ਸਕਦੀ ਪੰਜਾਬ 'ਚ। ਇੱਥੇ ਵੱਡੀਆਂ ਵੱਡੀਆਂ ਫੈਕਟਰੀਆਂ ਲਗਾਉਣ ਦੀ ਲੋੜ ਨਹੀਂ ਹੈ। ਹੁਣ ਵੀ ਸਾਡਾ ਚੱਠਾ ਇੱਥੇ ਹੈ, ਚੀਫ ਸੈਕਟਰੀ ਵੀ ਰਹੇ ਹੈ, ਇਹਨਾਂ ਦੇ ਵੱਡੇ ਵੱਡੇ ਅਹੁਦੇ ਕਾਮਰਸ ਮਿਨਿਸਟਰੀ 'ਚ ਦਿੱਲੀ ਅੱਜ ਆ ਗਏ। ਵਨ ਆਫ ਦਾ ਸੀਨੀਅਰ ਮੋਸਟ ਚੀਫ ਸੈਕਟਰੀਜ਼ ਪੰਜਾਬ ਦੇ ਜਿਹੜੇ ਇਸ ਵੇਲੇ ਹੋਣਗੇ ਉਹਨਾਂ 'ਚੋਂ ਨੇ। ਤੇ ਚੱਠਾ ਸਾਹਿਬ ਨੇ ਬੜਾ ਕੰਮ ਕੀਤਾ ਇਸ 'ਤੇ ਕਿ ਇੰਡਸਟਰੀ ਨੂੰ ਕਿਵੇਂ ਲਿਆਉਣਾ, ਕਹੀ ਜੀ ਇੰਡਸਟਰੀ ਲਿਆਉਣੀ ਪੰਜਾਬ 'ਚ ਸਾਫ਼। ਹੁਣ ਤਾਂ ਸਾਰੀ ਦੁਨੀਆ ਉੱਧਰ ਜਾ ਰਹੀ ਹੈ, ਰੀਨਿਊਏਬਲ ਐਨਰਜੀ ਵਾਲੀ ਕਲੀਨ ਇੰਡਸਟਰੀ। ਇੱਕ ਹੋਰ ਪਲਾਨ ਚਾਹੀਦੀ ਆ ਉਹਦੇ 'ਤੇ, ਕਹੀ ਜੇ ਬੰਦਿਆਂ ਨੂੰ। ਉਹ ਹੁਣ ਬੰਦੇ ਕਹਿੰਦੇ ਆ ਜੀ ਅਸੀਂ ਲਿਆਉਣੇ ਆ, ਤੁਹਾਡੇ ਉੱਥੇ ਬੰਦੇ ਨਹੀਂ ਟ੍ਰੇਨਡ। ਜੇ ਅਸੀਂ ਰੱਖੀਏ ਬੰਦੇ ਤਾਂ ਹੀ ਆਉਣਗੇ ਨਾ। ਜੇ ਇੱਕ ਤੁਸੀਂ ਇਨਵਾਇਰਮੈਂਟ ਜਾਂ ਉਹਨਾਂ ਤੋਂ ਜੇ ਪੈਸੇ ਮੰਗਣੇ ਸ਼ੁਰੂ ਕਰੋਗੇ ਜਾਂ ਆਉਣਗੇ, ਨੈਚੁਰਲੀ ਅਗਲਾ ਭੱਜੂਗਾ ਕਿਧਰੇ ਹੋਰ। ਸੋ ਇਸ ਕਰਕੇ ਇੱਕ ਪੂਰੇ ਵਾਤਾਵਰਣ ਨੂੰ ਕਿਵੇਂ ਬਦਲਣਾ ਹੈ, ਜਿਹਦੇ 'ਚ ਕਿਸਾਨੀਅਤ ਬਦਲ ਜੇ, ਜਿਹਦੇ 'ਚ ਇਨਸਾਨੀਅਤ ਬਦਲ ਜੇ, ਔਰ ਜਿਹਦੇ 'ਚ ਇਹ ਇੰਡਸਟਰੀ ਦੀਆਂ ਨਵੀਆਂ ਨੌਕਰੀਆਂ ਅਸੀਂ ਬਣਾ ਸਕੀਏ। ਸੋ ਸਿੱਖਿਆ ਤੇ ਦੂਜਾ ਹੈਗਾ ਹੈਲਥ ਕੇਅਰ ਦਾ ਰਿਫਾਰਮ। ਡਾਕਟਰ ਸਾਹਿਬ ਬੋਲਣਗੇ ਉਹਦੇ 'ਤੇ। ਜਾਂ ਤਾਂ ਪ੍ਰਾਇਮਰੀ ਸੈਂਟਰ ਨੇ, ਉੱਥੇ ਕੋਈ ਜ਼ਿਆਦਾ ਡਾਕਟਰ ਨਹੀਂ, ਹਰੇਕ ਬੰਦਾ ਪ੍ਰਾਈਵੇਟ ਹਸਪੀਟਲ ਕਿ ਨਹੀਂ ਹੁੰਦੇ। ਦੇਖੋ ਜਾਂ ਤਾਂ ਬਿਮਾਰੀ ਆਈ ਹੈ, ਪ੍ਰਾਈਵੇਟ ਹਸਪੀਟਲ ਕਿੰਨੇ ਬੰਦੇ ਬਰਦਾਸ਼ਤ ਕਰ ਆਪਣੀ ਜੇਬ 'ਚੋਂ ਕੱਢ ਕੇ ਇਲਾਜ ਕਰਾ ਸਕਦੇ ਹੈ? ਕਿਉਂ ਨਹੀਂ ਹੈ? ਇੱਕ ਤਰ੍ਹਾਂ ਦਾ ਸੋਸ਼ਲ ਸਿਕਿਉਰਿਟੀ ਨੈਟਵਰਕ ਪੰਜਾਬ 'ਚ ਕਿਉਂ ਨਹੀਂ? ਕਿਉਂ ਇੱਕ ਮਿਨੀਮਮ ਇਨਕਮ ਸਕੀਮ ਨਹੀਂ ਹੈ? ਇੱਕ ਐਸਾ ਸਿਸਟਮ ਨਹੀਂ ਹੈ ਜਿੱਥੇ ਆਮ ਬੰਦਾ ਵੀ ਜਾ ਸਕੇ। ਇਹ ਜਿਹੜੇ ਪ੍ਰਾਈਵੇਟ ਹਸਪੀਟਲ ਬਣਦੇ ਹੈ, ਇਹ ਲਿਖ ਕੇ ਦਿੰਦੇ ਆ ਉਦੋਂ ਜਦ ਇਹਨਾਂ ਨੂੰ ਸਰਕਾਰ ਸਹੂਲਤਾਂ ਦਿੰਦੀ ਹੈ ਕਿ ਇੰਨੇ ਬੈੱਡ, ਇੰਨੇ ਮੰਜੇ ਅਸੀਂ ਫ੍ਰੀ ਦੇਵਾਂਗੇ ਗਰੀਬ ਬੰਦੇ ਨੂੰ। ਕੀ ਇਹ ਦੇ ਰਹੇ ਨੇ ਜਾਂ ਉਹਦੇ ਸਵਾਰਸ਼ੀ ਟਪਕਾ ਹੀ ਪਹੁੰਚ ਰਿਹਾ? ਇਹਦਾ ਕੋਈ ਕਿਸੇ ਨੇ ਐਨਾਲਿਸਿਸ ਕੀਤਾ? ਨਹੀਂ। ਕਿਉਂ ਨਹੀਂ ਉੱਥੇ ਗਰੀਬ ਬੰਦਾ ਜਾ ਸਕਦਾ? ਜੇ ਉਹ ਠੀਕ ਹੈ ਪੈਸੇ ਬਣਾ ਲੈਣ, 40-50%, 70% ਬੈੱਡ 'ਤੇ ਉਹ ਪੈਸੇ ਬਣਾ ਰਹੇ ਅਮੀਰ ਬੰਦੇ ਤੋਂ ਜਾਂ ਜਿੱਥੋਂ ਵੀ। ਗਰੀਬ ਬੰਦਾ ਤੁਸੀਂ ਦੇਖੇ ਜਦ ਤੂੰ ਪ੍ਰਾਈਵੇਟ ਹਸਪੀਟਲ ਜਾਂਦੇ ਕਿੰਨੇ ਹੁੰਦੇ ਆ ਉੱਥੇ ਜਿਨ੍ਹਾਂ ਦਾ ਫ੍ਰੀ ਇਲਾਜ ਹੁੰਦਾ। ਇਹ ਸਾਰੇ ਮੁੱਦੇ ਜਾਣਨ ਵਾਲੇ ਨੇ। ਔਰ ਅਖੀਰ 'ਚ ਮੈਂ ਕਹੂੰਗਾ ਕਿ ਮੈਂ ਪਹਿਲਾਂ ਵੀ ਗੱਲ ਕਰ ਲਈ, ਭਾਈ ਬਲਦੀਪ ਨੂੰ ਕਹੂੰਗਾ ਕੁਝ ਸ਼ਬਦ, ਇਹ ਤਾਂ ਮਾਹਰ ਨੇ, ਕਲਾਸੀਕਲ ਮਿਊਜ਼ਿਕ 'ਚ ਵੀ ਟ੍ਰੇਨਡ ਨੇ, ਕੁਝ ਸ਼ਬਦ ਸਾਨੂੰ ਬੋਲ ਕੇ ਦੱਸਣਗੇ ਕਿ ਕਿਵੇਂ ਪੰਜਾਬ 'ਚੋਂ ਵਿਰਾਸਤ ਵਾਪਸ ਆ ਰਹੀ ਹੈ। ਔਰ ਅਖੀਰ 'ਚ ਸਾਡੇ ਫੌਜੀ ਭਰਾਵਾਂ ਨਾਲ ਕਿਵੇਂ ਨਿਆਂ ਹੋ ਸਕਦਾ, ਕਿਵੇਂ ਅਸੀਂ ਉਹਨਾਂ ਨੂੰ ਜੋੜ ਸਕਦੇ ਹਾਂ ਆਪਣੇ ਨਾਲ, ਮਾਨ ਸਨਮਾਨ ਕਿਵੇਂ ਦੇ ਸਕਦੇ ਹਾਂ ਉਹਨਾਂ ਦੀਆਂ ਕੁਰਬਾਨੀਆਂ ਦਾ, ਉਹਨਾਂ ਦੀ ਸਰਵਿਸ ਦਾ। ਉਹਨਾਂ ਨੂੰ ਨੌਕਰੀਆਂ ਕਿਉਂ ਨਹੀਂ ਮਿਲਦੀਆਂ? ਮੈਂ ਤਾਂ ਕਹਿਣਾ ਹੈ ਉਹਨਾਂ ਨੂੰ ਪੋਲੀਟਿਕਸ ਵੀ ਆਉਣਾ ਚਾਹੁੰਦਾ। ਉਹਨਾਂ ਦੀਆਂ ਵੋਟਾਂ ਲੈ ਲੈਂਦੇ ਪੋਲੀਟੀਸ਼ੀਅਨ ਹਰੇਕ ਵਾਰੀ। ਇੱਕ ਇਹ ਨਹੀਂ ਕਹਿੰਦੇ ਕਿ 10% ਸੀਟਾਂ ਇਹਨਾਂ ਨੂੰ ਦੇਵਾਂਗੇ ਭਾਈ ਜਿਹੜੇ ਫੌਜ 'ਚ ਨੌਕਰੀ ਕਰਕੇ ਆਏ ਹੈ। ਹੁਣ ਮੈਂ ਇੰਜ ਕਰੂੰਗਾ ਕਿ ਉਧਰੋਂ ਸਾਰਿਆਂ ਤੋਂ ਪਹਿਲਾਂ ਡਾਕਟਰ ਸਾਹਿਬ ਨਾਲ ਸ਼ੁਰੂ ਕਰ ਲੈਂਦੇ ਹਾਂ। ਡਾਕਟਰ ਸਾਹਿਬ ਤੁਸੀਂ ਇੱਥੇ ਆ ਕੇ ਗੱਲ ਕਰੋਗੇ, ਕੁਛ ਸਾਨੂੰ ਦੱਸੋ ਹੈਲਥ ਕੇਅਰ, ਸਿਹਤ ਦੇ ਮਾਮਲੇ 'ਚ ਅਸੀਂ ਕੀ ਕਰ ਸਕਦੇ ਹਾਂ?